ਪੰਜਾਬੀ ਸਟੂਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਅਸੀਂ ਪਹੁੰਚੇ ਹਾਂ ਮਾਲਪੁਰ ਤੋਂ ਫਗਵਾੜਾ ਰੋਡ ਤੇ ਇੱਕ ਪਿੰਡ ਸਥਿਤ ਆ ਭਾਲਟਾ ਗਣੇਸ਼ਪੁਰ, ਜਿਸ ਮਾਲਪੁਰ ਇਲਾਕੇ ਨੂੰ ਵੈਸੇ ਤੁਸੀਂ ਫੁੱਟਬਾਲ ਦੀ ਨਰਸਰੀ ਵਜੋਂ ਜਾਣਦੇ ਆ, ਪਰ ਇਸ ਪਿੰਡ ਦੇ ਵਿੱਚ ਇਸੋਂ ਦੇ ਨੌਜਵਾਨਾਂ ਨੇ ਇੱਕ ਨਵਾਂ ਉਪਰਾਲਾ ਸਟਾਰਟ ਕੀਤਾ। ਕੁਸ਼ਤੀ ਦਾ ਅਖਾੜਾ ਖੋਲ੍ਹਿਆ ਗਿਆ ਤੇ ਕਿਉਂਕਿ ਅੱਜ ਕੱਲ੍ਹ ਜੋ ਵੀ ਨਸ਼ੇ ਬਹੁਤ ਵੱਧ ਚੁੱਕੇ ਆ, ਕੋਈ ਵੀ ਕੁਛ ਵੀ ਕਰਦਾ ਆ ਵਧੀਆ ਤਰੀਕੇ ਦੇ ਨਾਲ ਉਹਨੂੰ ਅੱਗੇ ਲਿਆਉਣ ਲਈ ਜੋ ਕੋਈ ਵੀ ਕਰਦਾ ਆ ਬਹੁਤ ਵਧੀਆ ਤਰੀਕੇ ਨਾਲ ਕਰਦਾ ਆ। ਅੱਜ ਅਸੀਂ ਉਸ ਸ਼ਖਸੀਅਤ ਦੇ ਕੋਲ ਬੈਠੇ ਆ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਚੇਟਕ ਲਾਈ ਆ। ਮੈਂ ਉਹਨਾਂ ਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਾਊਂਗਾ। ਪਰਮਿੰਦਰ ਸੰਘਾ ਜੀ, ਇਹ ਬਾਈ ਜੀ ਜਿਹੜੇ ਪਰਮਿੰਦਰ ਸੰਘਾ ਜੀ ਆ, ਇਹ ਦੁਬਈ ਦੇ ਵਿੱਚ ਆਪਣੀ ਇਹਨਾਂ ਦੀ ਟਰੱਕਿੰਗ ਕੰਪਨੀ ਆ, ਪਰ ਇਹਨਾਂ ਨੂੰ ਮਿੱਟੀ ਨਾਲ ਇੰਨਾ ਪਿਆਰ ਵਾ ਬਈ ਜਦੋਂ ਵੀ ਇਹ ਇੱਥੇ ਵਾਪਸ ਆਉਂਦੇ ਆ ਤੇ ਮਿੱਟੀ ਦੇ ਮੋਹ ਤੋਂ ਦੂਰ ਨਹੀਂ ਰਹਿ ਸਕਦੇ। ਇਹ ਇੱਥੇ ਅਖਾੜਾ ਦੇ ਵਿੱਚ ਆਉਂਦੇ ਜ਼ਰੂਰ ਆ। ਇਹਨਾਂ ਨੇ ਨਵਾਂ ਆਪਣੇ ਪਿੰਡ ਵਿੱਚ ਛਿੰਝ ਵੀ ਕਰਾਉਂਦੇ ਆ, ਕਾਫੀ ਵਧੀਆ। ਸਕਰੂਲੀ ਵਿੱਚ ਇਹਨਾਂ ਦਾ ਪਿੰਡ ਸਕਰੂਲੀ ਆ, ਕਾਫੀ ਵਧੀਆ ਛਿੰਝ ਕਰਾਉਂਦੇ ਆ। ਤਾਂ ਹੁਣ ਇਹ ਭਾਲਟੇ ਵਿੱਚ ਇੱਕ ਨਵੀਂ ਲੀਹ ਪਾ ਰਹੇ ਆ, ਨਵੀਂ ਪਿਰਤ ਪਾ ਰਹੇ ਆ ਵੀ ਇਹਨਾਂ ਨੇ ਅਖਾੜਾ ਸਟਾਰਟ ਕੀਤਾ ਜਿੱਥੇ ਭਲਵਾਨੀ ਦੇ ਗੁਰ ਸਿਖਾਉਂਦੇ ਆ ਇਹ। ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਆ ਪਰਮਿੰਦਰ ਸੰਘਾ ਜੀ। ਸਤਿ ਸ੍ਰੀ ਅਕਾਲ ਭਾਜੀ, ਤੁਹਾਡੀ ਸਾਰੀ ਟੀਮ ਪੰਜਾਬੀ ਸਟੂਡੀਓ ਦਾ ਅਸੀਂ ਵੈਲਕਮ ਕਰਦੇ ਹਾਂ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਆ। ਦੇਖੋ, ਤੁਸੀਂ ਜਿੱਦਾਂ ਦੱਸੇ ਦਿੱਤਾ, ਸਾਡਾ ਮਾਲਪੁਰ ਏਰੀਆ ਹੈ ਨਾ, ਦੁਆਬੇ ਦੀ ਧਰਤੀ ਮਾਲਪੁਰ ਏਰੀਆ, ਫੁੱਟਬਾਲ ਦੀ ਪਨੀਰੀ ਵਜੋਂ ਜਾਣਿਆ ਜਾਂਦਾ। ਇੱਥੇ ਬਹੁਤ ਪਲੇਅਰ ਜਿਹੜੇ ਫੁੱਟਬਾਲ ਦੇ ਦਿੱਤੇ ਆ ਪੰਜਾਬ ਨੂੰ, ਹੈ ਨਾ, ਟੌਪ ਦੇ। ਅਤੇ ਅਸੀਂ ਵੀ ਖੁਦ ਪਹਿਲਾਂ ਫੁੱਟਬਾਲ ਹੀ ਖੇਡਦੇ ਰਹੇ ਹਾਂ, ਹੈ ਨਾ। ਮੈਂ ਖੁਦ, ਮੇਰਾ ਪਿੰਡ ਸਕਰੂਲੀ ਆ, ਪਰ ਇਹ ਮੇਰੀ ਗਰਾਊਂਡ ਜਿਹੜੀ ਇੱਥੇ ਮੇਰਾ ਸ਼ੁਰੂ ਤੋਂ ਹੀ, ਮੈਂ ਇੱਥੋਂ ਛੋਟਾ ਹੁੰਦਾ ਖੇਡਦਾ ਰਿਹਾ ਅਤੇ ਇੱਧਰੋਂ ਹੀ ਖੇਡਿਆ ਫੁੱਟਬਾਲ ਵੀ। ਪਿੰਡ ਘੱਟ ਜਾਣ ਦਾ ਮੌਕਾ ਮਿਲਿਆ, ਦੂਰ ਕਰਕੇ ਪਿੰਡ। ਅਤੇ ਬਸ ਫੁੱਟਬਾਲ ਖੇਡਦੇ ਹੀ ਸਾਨੂੰ ਲੱਗੀ ਸੀ ਬਾਅਦ 'ਚ 16 ਕੁ ਸਾਲ ਦੀ ਉਮਰ ਸੀ ਜਦੋਂ ਕੁਸ਼ਤੀਆਂ ਕਰਨੀਆਂ ਸ਼ੁਰੂ ਕੀਤੀਆਂ ਸੀਗੀਆਂ, ਸ਼ੌਂਕ ਪਿਆ ਸੀ। ਅਤੇ ਮੈਂ ਭਾਅ ਜੀ ਸ਼ੁਰੂ ਕੀਤਾ ਸੀਗਾ ਇੱਥੇ ਨਾਲ ਹੀ ਪਿੰਡ ਆ ਚਾਣਸੂ ਜੱਟਾਂ, ਉੱਥੇ ਸਾਡੇ ਉਸਤਾਦ ਜੋਧਾ ਪਹਿਲਵਾਨ ਅਤੇ ਇੱਥੋਂ ਭਾਲਟੇ ਤੋਂ ਭਾਅ ਜੀ ਰੰਮੀ ਹੋਣੀ, ਇੰਨੀ ਮੈਨੂੰ ਲੈ ਕੇ ਗਏ ਸੀਗੇ। ਅਤੇ ਉਹ ਇਹੋ ਜਿਹਾ ਮੰਨ ਲਓ ਇੱਕ ਇਸ਼ਕ ਪਿਆ, ਨਸ਼ਾ ਲੱਗਾ ਇਸ ਚੀਜ਼ ਦਾ, ਅਤੇ ਮੈਨੂੰ ਲੱਗਦਾ ਕਿ ਮੈਂ ਮੁੜ ਕੇ ਕਦੇ ਪਿੱਛੇ ਨਹੀਂ ਇਸ ਚੀਜ਼ ਤੋਂ ਹਟਿਆ। ਬੇਸ਼ੱਕ ਮੈਂ 20 ਸਾਲ ਦੀ ਉਮਰ ਵਿੱਚ ਮੈਨੂੰ ਬਾਹਰ ਜਾਣਾ ਪੈ ਗਿਆ ਪ੍ਰਦੇਸ਼ 'ਚ, ਹੈ ਨਾ, ਰੋਜੀ ਰੋਟੀ ਖਾਤਰ। ਥੋੜ੍ਹਾ ਕੁਸ਼ਤੀ ਖੇਡਣੀ ਜਦੋਂ ਕੀਤੀ ਸ਼ੁਰੂ, ਸੱਟਾਂ ਲੱਗ ਗਈਆਂ ਜੀ, ਹੈ ਨਾ। ਦਿਲ ਤਾਂ ਬਹੁਤ ਕਰਦਾ ਸੀ, ਪਰ ਪਤਾ ਨਹੀਂ ਕੁਦਰਤੀ ਗੱਲ ਰੱਖ ਲਓ ਜਾਂ ਕਿੱਦਾਂ, ਕੋਈ ਗਾਈਡਨੈਸ ਨਹੀਂ ਸੀਗੀ। ਚਲੋ ਮੰਨ ਲਓ ਵਧੀਆ ਜਾਂ ਕਿੱਦਾਂ ਵੀ ਕਰਕੇ ਥੋੜ੍ਹੀ ਗੋਡੇ 'ਤੇ ਸੱਟ ਲੱਗ ਗਈ, ਉਹ ਆਪਰੇਟ ਕਰਾਇਆ, ਫਿਰ ਦੂਜੇ 'ਤੇ ਲੱਗ ਗਈ, ਫਿਰ ਥੋੜ੍ਹਾ ਘਰਦਿਆਂ ਨੇ ਜਿਹੜਾ 20 ਸਾਲ ਦਾ ਮੈਂ ਉੱਧਰ ਨੂੰ ਚਲ ਗਿਆ ਸੀ। ਪਰ ਇਹ ਜਿਹੜਾ ਮੇਰਾ ਇਹਦੇ ਨਾਲ ਲਗਾਅ ਸੀ, ਗੇਮ ਨਾਲ, ਇੱਕ ਸੱਚਾ ਇਸ਼ਕ ਕਹਿ ਸਕਦੇ ਹਾਂ, ਉਹ ਮੇਰੇ ਨਾਲ ਹੀ ਰਿਹਾ ਚੱਲਦਾ, ਹੈ ਨਾ। ਅਤੇ ਜਦੋਂ ਵੀ ਮੈਂ 2013-14 'ਚ ਪਹਿਲੀ ਵਾਰੀ ਆਇਆ, ਉਦੋਂ ਵੀ 2010 'ਚ ਜਦੋਂ ਗਿਆ ਉਦੋਂ ਵੀ ਇੱਥੇ ਕਰਾਈਆਂ ਸੀਗੀਆਂ ਖੇਡਾਂ, ਨਾਲੋਂ ਮੈਂ ਖੁਦ ਛੋਟਾ ਸੀ ਉਦੋਂ ਵੀ। ਅਤੇ ਪਰ ਫਿਰ ਆ ਕੇ ਜਦੋਂ ਮੰਨ ਲਓ ਇਸ ਚੀਜ਼ ਨਾਲ ਜ਼ਿਆਦਾ ਹੋ ਗਿਆ। ਇੱਕ ਭਾਅ ਜੀ ਮੈਂ ਦੱਸ ਦੇਣਾ ਚਾਹੁੰਦਾ ਕਿ ਇੱਕ ਨਾ ਮੇਰਾ ਪੇਜ ਦਾ, ਮੰਨ ਲਓ ਉੱਥੇ ਬਾਹਰ ਜਦੋਂ ਮੈਂ 2013 'ਚ ਗਿਆ ਮੇਰੇ ਕੋਲ ਭਲਵਾਨੀ ਦੀਆਂ ਫੋਟੋਆਂ ਪਈਆਂ, ਕੁਸ਼ਤਾਂ ਦੀ, ਭਲਵਾਨਾਂ ਦੀਆਂ, ਮੱਲਾਂ ਦੀਆਂ। ਜਿੱਦਾਂ ਅਸੀਂ ਬਾੜੋਵਾਲ ਵੀ ਜਾਂਦੇ ਹੁੰਦੇ, ਰਾਣਾ ਭਲਵਾਨ ਜੀ ਉਸਤਾਦ ਸੀਗੇ ਸਾਡੇ, ਉੱਥੇ ਪਹਿਲਾਂ ਜਿੱਦਾਂ ਹਫ਼ਤੇ ਦੂਰ ਪੈਂਦਾ ਆ, ਹਫ਼ਤੇ 'ਚ 2-3 ਦਿਨ ਉੱਥੇ ਹੀ ਜ਼ੋਰ ਕਰਿਆ ਨੇ। ਅਤੇ ਫਿਰ ਮੈਂ ਜਿੱਦਾਂ ਉਹੀ ਜਿਹੜਾ ਇੱਕ ਪਿਆਰ ਮੁਹੱਬਤ ਮੈਂ ਨਾਲ ਲੈ ਕੇ ਚਲਾ ਗਿਆ। ਮੇਰੇ ਕੋਲ ਫੋਟੋਆਂ ਸੀ ਫੋਨ ਦੇ ਵਿੱਚ, ਉਦੋਂ ਨਵਾਂ ਦੌਰ ਚੱਲਿਆ ਸੀ ਫੋਨਾਂ ਦਾ। ਅਤੇ ਮੈਂ ਪਹਿਲੀ ਵਾਰੀ ਭਾਅ ਜੀ 2013-14 ਵਿੱਚ ਇੱਕ ਪੇਜ ਜਿਗਰੇ ਪੰਜਾਬੀਆਂ ਦੇ ਨਾਂ ਤੋਂ ਆ, ਉਹ ਆਪਣਾ ਵੱਡਾ ਬਾਈ ਪ੍ਰੀਤ, ਗੁਰਸਿਮਰਨ ਸਿੰਘ ਪ੍ਰੀਤ, ਉਹਨੇ ਮੈਨੂੰ ਬਣਾ ਕੇ ਦਿੱਤਾ ਸੀ ਇੱਕ ਸ਼ੌਂਕ ਨੂੰ ਦੇਖਦੇ ਹੋ ਕਿ ਤੂੰ ਇੱਥੇ ਭਲਵਾਨਾਂ ਦੀਆਂ ਜਾਂ ਕਬੱਡੀ ਦੇ। ਹਾਂਜੀ ਭਲਵਾਨ ਜੀ, ਮੈਂ ਇੱਕ ਮਿੰਟ ਤੁਹਾਡੀ ਗੱਲ ਕੱਟਦਾ। ਇਹ ਬਾਈ ਜੀ ਹੁਣੀ ਇਹ ਕਹਿੰਦੇ ਆ ਬਈ ਭਲਵਾਨੀ ਦਾ ਇਹਨਾਂ ਨੂੰ ਸ਼ੌਕ ਸ਼ੁਰੂ ਤੋਂ ਸੀ। ਚਲੋ ਬੇਰੁਜ਼ਗਾਰੀ ਬਹੁਤ ਆ ਸਾਡੇ ਇੱਥੇ, ਰੁਜ਼ਗਾਰ ਕਰਨ ਲਈ ਇਹ ਪ੍ਰਦੇਸ਼ ਜਾਣਾ ਪਿਆ, ਪਰ ਇਹਨਾਂ ਦਾ ਭਲਵਾਨੀ ਦੇ ਨਾਲ ਪਿਆਰ ਰਿਹਾ, ਸ਼ੁਰੂ ਤੋਂ ਪਿਆਰ ਰਿਹਾ। ਅਤੇ ਫਿਰ ਭਲਵਾਨ ਜੀ ਨੇ ਇੱਕ ਇੱਥੇ ਇਨਸਾਨ ਦਾ ਨਾਂ ਲਿਆ, ਇੱਕ ਜੋਧਾ ਭਾ ਚਾਣਸੂ ਜੱਟਾਂ ਤੋਂ। ਅਤੇ ਸਾਡੇ ਇੱਥੇ ਪਿੰਡ ਭਾਲਟੇ ਦਾ ਇੱਕ ਭਲਵਾਨ ਵਾ ਰੰਮੀ ਭਲਵਾਨ, ਉਹ ਅੱਜ ਕੱਲ੍ਹ ਇਟਲੀ ਦੇ ਵਿੱਚ ਪ੍ਰਦੇਸ਼ ਵਿੱਚ ਰੋਜੀ ਰੋਟੀ ਕਮਾਉਣ ਗਿਆ ਆ। ਅਤੇ ਹਾਂਜੀ ਭਲਵਾਨ ਜੀ, ਤੁਸੀਂ ਜਾਣੀ ਕਿ ਜਿਗਰੇ ਪੰਜਾਬੀਆਂ ਦੇ ਪੇਜ ਬਾਰੇ ਕੀ ਦੱਸਣਾ ਚਾਹੁੰਦੇ ਆ? ਦੇਖੋ ਭਲਵਾਨ ਜੀ, ਜਿਹੜਾ ਇੱਕ ਜਿਗਰੇ ਪੰਜਾਬੀਆਂ ਦੇ ਪੇਜ ਆ ਨਾ, ਮੈਂ ਚਲੋ ਇਹ ਨਹੀਂ ਕਰਨਾ ਕਿ ਅਸੀਂ ਮੈਂ ਤਾਂ ਆਪਦੇ ਸ਼ੌਂਕ ਲਈ ਬਣਾਇਆ ਸੀਗਾ ਜੀ, ਕਿਉਂਕਿ ਮੈਨੂੰ ਭਲਵਾਨਾਂ ਨਾਲ ਬਹੁਤ ਹੈਗਾ। ਜਿੰਨੇ ਵੀ ਮੰਨ ਲਓ, ਕੋਈ ਵੱਡਾ ਨੀਵੇਂ ਦੀ ਨਹੀਂ ਗੱਲ, ਛੋਟੇ ਦੀ ਨਹੀਂ ਗੱਲ। ਜਦੋਂ ਅਸੀਂ ਛਿੰਝ 'ਚ ਵੀ ਜਾਂਦੇ ਸੀ, ਸਾਨੂੰ ਚਾਅ ਚੜ੍ਹ ਜਾਂਦਾ ਕਿ ਪਰਮਿੰਦਰ ਭਲਵਾਨ ਆ ਗਿਆ, ਹਰਵਿੰਦਰ ਆ ਗਿਆ, ਜਾਂ ਕਿੱਦਾਂ ਵੀ ਅਸੀਂ ਭੱਜ ਕੇ ਉਹਨਾਂ ਦੇ ਦਰਸ਼ਨ ਕਰਨੇ, ਪੈਰ ਲਾਉਣਾ, ਕਿਉਂਕਿ ਅਸੀਂ ਉਹਨਾਂ ਨੂੰ ਦੇਖ ਕੇ ਮੰਨ ਲਓ ਬਹੁਤ ਪ੍ਰਭਾਵਿਤ ਹੁੰਦੇ ਸੀਗੇ, ਹੈ ਨਾ। ਅਤੇ ਜਦੋਂ ਮੈਨੂੰ ਇਹ ਸ਼ੁਰੂ ਕੀਤਾ, ਪਹਿਲਾਂ ਮੈਂ ਆਪਣੀ ਫੇਸਬੁੱਕ 'ਤੇ ਸ਼ੇਅਰ ਕੀਤੀ, ਨਹੀਂ ਫਿਰ ਇੱਕ ਪੇਜ ਬਣਾ ਕੇ ਕੀਤੀ, ਤਾਂ ਮੈਨੂੰ ਭਲਵਾਨਾਂ ਦਾ ਬਹੁਤ ਹੰਗਾਰਾ ਮਿਲਿਆ, ਜਿੰਨੇ ਵੀ ਕੁਸ਼ਤੀ, ਕਿਉਂਕਿ ਉਸ ਟਾਈਮ ਕਬੱਡੀ ਦੇ ਪੇਜ ਬਹੁਤ ਸੀਗੇ, ਜਦੋਂ ਮੰਨ ਲਓ ਭਲਵਾਨਾਂ ਦਾ ਕੋਈ ਐਡਾ ਹੈ ਨਹੀਂ ਸੀ, ਕੋਈ ਵੀ ਪਲੇਟਫਾਰਮ ਕੋਈ, ਹੈ ਨਾ, ਫੇਸਬੁੱਕ ਦੇ ਉੱਪਰ।
ਤਾਂ ਜਦੋਂ ਇਹ ਬਣਿਆ ਤਾਂ ਜੀ ਮੈਨੂੰ ਬਹੁਤ ਜ਼ਿਆਦਾ ਮਤਲਬ ਜਿਨ੍ਹਾਂ ਭਲਵਾਨਾਂ ਨਾਲ ਮੈਂ ਸੋਚਿਆ ਵੀ ਨਹੀਂ ਸੀ ਉਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਬਾਅਦ ਵਿੱਚ ਜਦੋਂ ਇੰਡੀਆ ਆਇਆ। ਅਤੇ ਉਹ ਇੰਨੇ ਨਿੱਘੇ ਸੁਭਾਅ ਦੇ ਜਿੱਦਾਂ ਮੰਨ ਲਓ ਰੂਹਾਂ ਮਿਲੀਆਂ ਅਤੇ ਮੈਂ ਹੋਰ ਇੱਧਰ ਨੂੰ ਮੰਨ ਲਓ ਖੁੱਭਦਾ ਗਿਆ ਹੈ ਨਾ। ਅਤੇ ਮੁੜ ਕੇ ਉਹ ਪੇਜ ਵੀ ਜਾਣੀ ਕਿ ਬਹੁਤ ਹੁਣ ਵੀ ਚੱਲਦਾ ਪਿਆ, ਹੁਣ ਥੋੜ੍ਹਾ ਘੱਟ ਧਿਆਨ ਜਾਂਦਾ ਹੈ ਨਾ। ਕੁਛ ਮੰਨ ਲਓ ਰੱਖ ਲਓ, ਹੁਣ ਹੋਰ ਬਹੁਤ ਮੁੰਡੇ ਆ ਗਏ ਆ ਨਵੇਂ, ਉਹਨਾਂ ਨੂੰ ਵੀ ਚਲੋ ਕਰਨ ਦਾ ਉਹ ਵਧੀਆ ਤਰੀਕੇ ਸਾਡੇ ਤੋਂ ਵਧੀਆ ਤਰੀਕੇ ਨਾਲ ਕਰ ਸਕਦੇ ਆ, ਵਧੀਆ ਲੱਗਦਾ ਇੱਦਾਂ ਨਾ। ਇੱਕ ਇਨਫੋਰਮੇਸ਼ਨ ਸਾਂਝੀ ਕਰਨੀ ਰੋਜ਼ ਕਿੱਥੇ ਕੁਸ਼ਤੀ ਹੋਈ ਆ, ਕੌਣ ਜਿੱਤਿਆ ਕੌਣ ਹਾਰਿਆ, ਇਹਨਾਂ 'ਚ ਮੰਨ ਲਓ ਬਹੁਤ ਭਲਵਾਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਇਆ ਸੀਗਾ। ਜਿਹੜੇ ਦਰਸ਼ਕ ਸੀਗੇ ਸਾਡੇ ਮੰਨ ਲਓ ਇੱਕ ਸ਼ੌਂਕ ਰੱਖਦੇ ਕੁਸ਼ਤੀ ਦਾ, ਉਹਨਾਂ ਨੂੰ ਵੀ ਬਹੁਤ ਇਸ ਚੀਜ਼ ਦਾ ਫਾਇਦਾ ਹੋਇਆ ਸੀ। ਅਤੇ ਇਹ ਤਾਂ ਹੋ ਗਈ ਸੀਗੀ ਜੀ ਪੇਜ ਦੀ ਗੱਲ, ਜਿੱਦਾਂ ਮੰਨ ਲਓ ਵਧੀਆ ਹੁੰਗਾਰਾ ਮਿਲਿਆ ਅਤੇ ਭਲਵਾਨਾਂ 'ਚ ਵਧੀਆ ਵਿਚਰਨ ਦਾ ਮੌਕਾ ਮਿਲਿਆ। ਬਹੁਤ ਇਹੋ ਜਿਹੀਆਂ ਥਾਵਾਂ ਆ ਮੈਂ ਦੱਸ ਨਹੀਂ ਸਕਦਾ ਜਿੱਥੇ ਮੱਲਾਂ ਨੇ ਬਹੁਤ ਸੱਦ ਕੇ ਸਪੈਸ਼ਲ ਸੱਦ ਕੇ ਮੰਨ ਲਓ ਮਾਣ ਸਨਮਾਨ ਕੀਤਾ ਹੈ ਨਾ। ਅੱਜ ਵੀ ਬਹੁਤ ਇਹੋ ਜਿਹੀਆਂ ਰੂਹਾਂ ਜਿਹੜੀਆਂ ਜੁੜੀਆਂ ਆ। ਮੰਨ ਲਓ ਅਖਾੜਾ ਵੀ ਹੁਣ ਜਿੱਥੇ ਬਣਿਆ ਆਪਣੇ ਭਾਲਟਾ ਪਿੰਡ, ਇਹ ਮੇਰਾ ਪਿੰਡ ਸਕਰੂਲੀ ਆ ਆਪਣੇ। ਹੁਣ ਮੈਂ ਤੁਸੀਂ ਹਾਂਜੀ ਇਹ ਭਲਵਾਨ ਜੀ, ਜਿੱਦਾਂ ਤੁਸੀਂ ਅਖਾੜੇ ਦੀ ਗੱਲ ਕੀਤੀ ਆ ਵੀ ਪਿੰਡ ਭਾਲਟਾ ਦੇ ਵਿੱਚ ਤੁਸੀਂ ਅਖਾੜਾ ਖੋਲ੍ਹਿਆ, ਬੱਚਿਆਂ ਨੂੰ ਗੁਰ ਸਿਖਾਉਂਦੇ ਆ, ਠੀਕ ਆ ਜੀ, ਤੁਹਾਨੂੰ ਆਪਣਾ ਉਸਤਾਦ ਧਾਰਦੇ ਆ। ਜਿੱਦਾਂ ਤੁਸੀਂ ਨਾਂ ਲਿਆ ਵੀ ਮੈਂ ਜਿੱਦਾਂ ਤੁਹਾਨੂੰ ਚੇਟਕ ਲਾਈ ਰੰਮੀ ਭਲਵਾਨ ਤੇ ਜੋਧਾ ਭਲਵਾਨ ਨੇ, ਉਹਨਾਂ ਤੋਂ ਇਲਾਵਾ ਤੁਸੀਂ ਕਿਸੇ ਹੋਰ ਭਲਵਾਨ ਜੀ ਦੀ ਵੀ ਜਾਣੀ ਕਿ ਸ਼ਾਗਿਰਦੀ ਕੀਤੀ ਆ? ਨਹੀਂ ਭਲਵਾਨ ਜੀ ਦੇਖੋ, ਮੈਂ ਇੱਕ ਜਿੰਨਾ ਟਾਈਮ ਤੁਹਾਨੂੰ ਦੱਸਿਆ ਕਿ ਮੈਨੂੰ ਬਹੁਤ ਘੱਟ ਪੀਰੀਅਡ ਮਿਲਿਆ ਘੁਲਣੇ ਦਾ। 2016 'ਚ ਮੈਂ ਫੁੱਟਬਾਲ ਤੋਂ ਥੋੜ੍ਹਾ ਜਿਹਾ ਦੂਰ ਹੋਇਆ ਅਤੇ ਕੁਸ਼ਤੀ ਵੱਲ ਨੂੰ ਨਜ਼ਦੀਕ ਹੋ ਗਿਆ ਸੀ। ਅਤੇ 2-3 ਸਾਲ 'ਚ ਹੀ ਸੱਟਾਂ ਲੱਗੀਆਂ ਜ਼ਿਆਦਾ, ਜਿੱਦਾਂ ਨਾ ਮੰਨ ਲਓ ਕਿ ਘੁਲ ਘੱਟ ਹੋਇਆ। ਅਤੇ ਮੈਂ ਚਲੋ ਗੁਰੂ ਤਾਂ ਨਹੀਂ, ਜਿੱਦਾਂ ਆਪਣੇ ਭਲਵਾਨੀ ਦੇ ਵਿੱਚ ਰਸਮ ਹੁੰਦੀ ਆ, ਪੱਗ ਦਿੱਤੀ ਜਾਂਦੀ ਆ, ਉਹ ਤਾਂ ਮੈਂ ਨਹੀਂ ਕੀਤੀ। ਪਰ ਮੈਂ ਜਿਹੜਾ ਦਿਲੋਂ ਆ ਆਪਣੇ ਯੋਧੇ ਜਿਨ੍ਹਾਂ ਨੇ ਮੈਨੂੰ ਦੇਖੋ ਅੱਜ ਦੇ ਟਾਈਮ 'ਚ ਰੱਖ ਲਓ ਜਾਂ ਮੰਨ ਲਓ ਅੱਜ ਤੋਂ 10 ਸਾਲ ਪਹਿਲਾਂ, ਇਹ ਬਹੁਤ ਵੱਡੀ ਗੱਲ ਰੱਖੀ ਜਾਂਦੀ ਜੇ ਕਿਸੇ ਨਿਆਣੇ ਨੂੰ ਆਪਾਂ ਕੱਢ ਕੇ ਲੈ ਕੇ ਜਾਣਾ। ਹੁਣ ਸਕੂਲਾਂ ਵਾਲੇ ਆ ਜੀ, ਜਦੋਂ ਸਕੂਲਾਂ ਵਾਲੇ ਆਉਂਦੇ ਉਹਨਾਂ ਨੂੰ ਬੱਚਿਆਂ ਦੀ ਲੋੜ ਹੁੰਦੀ ਆ, ਕਿੱਦਾਂ ਘਰਾਂ 'ਚ ਆਉਂਦੇ ਆ ਕਿ ਸਾਡੇ ਸਕੂਲ ਐਡਮਿਸ਼ਨ ਕਰਾਓ ਹੈ ਨਾ। ਇੱਦਾਂ ਹੀ ਇਹ ਵੀ ਜਮਾਤ ਹੀ ਆ ਜੀ ਸਾਡੀ ਹੈ ਨਾ। ਅਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਭਲਵਾਨ ਭਾਈ ਦਾ, ਰੰਮੀ ਦਾ ਅਤੇ ਯੋਧੇ ਭਾਈ ਦਾ, ਜਿਨ੍ਹਾਂ ਨੇ ਮੈਨੂੰ ਘਰੋਂ ਇੱਦਾਂ ਮੰਨ ਲਓ ਇੱਕ ਸਿੱਧੀ ਸੇਧ ਦਿੱਤੀ। ਨਹੀਂ ਤਾਂ ਬਹੁਤ ਔਖਾ ਹੋ ਜਾਂਦਾ। ਇਹ ਉਮਰ ਹੀ ਇਹੋ ਜਿਹੀ ਆ 14, 15, 16, 20 ਤੱਕ ਜੇ ਬੰਦਾ ਸਹੀ ਲਾਈਨ 'ਤੇ ਚੜ੍ਹ ਜਾਵੇ ਲਿਖੇ, ਫਿਰ ਮੰਨ ਲਓ ਕੋਈ ਪਰਵਾਹ ਨਹੀਂ ਰਹਿੰਦੀ, ਬੰਦਾ ਸੰਭਲ ਜਾਂਦਾ। ਅਤੇ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਬਾਕੀ ਕੁਦਰਤ ਦਾ ਸਾਰਿਆਂ ਦਾ, ਫਿਰ ਚੰਗੀ ਲੀਹ ਮਿਲੀ ਆ ਵੀ ਤੁਰੇ ਰਹੇ ਹੈ ਨਾ। ਅਤੇ ਮੈਂ ਭਾਅ ਜੀ 20 ਸਾਲ ਤੋਂ ਮੈਨੂੰ ਇੱਦਾਂ ਜਿੱਦਾਂ ਤੁਸੀਂ ਪੁੱਛਿਆ ਕਿ ਖਾਸ ਕੋਈ ਬੰਦਾ ਨਾ, ਇਹ ਖਾਸ ਹੀ ਆਪਣੇ ਲਈ ਸਾਰੇ ਰਾਣਾ ਭਲਵਾਨ ਜੀ ਬਾੜੋਵਾਲ ਤੋਂ ਹੋ ਗਏ, ਜਿਨ੍ਹਾਂ ਦੇ ਕੋਲ ਮੈਂ ਜਾਂਦਾ ਰਿਹਾ ਬਾਅਦ ਵਿੱਚ ਵੀ ਹੈ ਨਾ। ਹੁਣ ਵੀ ਮੈਨੂੰ ਜਿੰਨੇ ਬਾੜੋਵਾਲ ਅਖਾੜੇ ਦੇ ਮੁੰਡੇ ਆ ਉਹ ਬਹੁਤ ਪਿਆਰ ਕਰਦੇ ਆ ਸਾਰੇ ਹੀ ਹੈ ਨਾ। ਆਪਾਂ ਵੀ ਉਹਨਾਂ ਦਾ ਪੂਰਾ ਸਤਿਕਾਰ ਕਰੀਦਾ। ਇਹ ਤਾਂ ਹੋ ਗਏ ਸੀਗੇ ਜਿੱਦਾਂ ਨਾਲ ਹੈ ਨਾ। ਹੁਣ ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ ਜਿੱਦਾਂ ਅਖਾੜੇ ਦੀ ਭਾਲਟੇ ਦੀ, ਇੱਥੇ ਭਾਅ ਜੀ 2015 ਦੇ ਵਿੱਚ ਰੰਮੀ ਭਾਅ ਜੀ ਹੋ ਗਿਆ, ਇੱਕ ਮੁੰਡਾ ਆਪਣਾ ਲਾਲੀ ਆ ਵੀਰਾ ਭਾਲਟੇ ਤੋਂ, ਉਹਨੂੰ ਵੀ ਆਪਾਂ ਤੋਰਿਆ ਇੱਧਰ ਨੂੰ ਨਾਲ ਹੈ ਨਾ। ਕਈ ਮੁੰਡੇ ਤਾਂ ਤੁਰੇ ਉਸ ਵੇਲੇ ਵੀ, ਮੈਂ ਤਾਂ ਚਲੋ ਭਾਅ ਜੀ ਆਉਣਾ ਸੀ 2-4 ਮਹੀਨੇ ਰਹਿ ਕੇ ਚੱਲ ਜਾਈਦਾ ਆ। ਉਸ ਟਾਈਮ ਫਿਰ ਰੰਮੀ ਭਾਅ ਜੀ ਹੋ ਗਿਆ ਅਤੇ ਇਹਨੀ ਫਿਰ ਇੱਥੇ ਅਖਾੜਾ ਪੱਟਿਆ ਜਿੱਦਾਂ ਛਿੰਝਾਂ ਕਰਕੇ ਹੈ ਨਾ। ਜ਼ੋਰਕਾਂ ਨੂੰ ਫਿਰ ਦੂਰ ਆ, ਤੁਹਾਨੂੰ ਦੱਸਿਆ ਕਿ ਇੱਥੇ ਇੱਕ ਚੰਬਲਾ ਪਿੰਡ ਆ, ਇੱਥੇ ਅਖਾੜਾ ਹੈਗਾ ਨੇੜੇ, ਪਰ ਉੱਥੇ ਵੀ ਜਿੱਦਾਂ ਮੰਨ ਲਓ ਜਿੰਨੇ ਨਿਆਣੇ ਉੱਥੇ ਜਾਂਦੇ ਵੰਡ ਮਾਝਾ ਉੱਧਰ ਜਾਂਦੇ, ਪਰ ਆਪਣਾ ਹੁਣ ਇੱਥੇ ਆਪਣਾ ਹੈਗਾ ਵੀ ਨਿਆਣੇ ਆ ਕੇ ਜ਼ੋਰ ਆਪਣੇ ਕੋਲ 10-15 ਮੁੰਡੇ ਰੋਜ਼ ਜਿੱਦਾਂ ਆਉਂਦੇ ਆ 3-4 ਮਹੀਨੇ ਤੋਂ। ਹਾਂਜੀ ਭਲਵਾਨ ਜੀ, ਜਾਣੀ ਕਿ ਤੁਸੀਂ ਕਹਿੰਦੇ ਵੀ ਇੱਥੇ ਤੁਸੀਂ ਅਖਾੜਾ ਖੋਲ੍ਹਿਆ, ਅਤੇ ਮੈਂ ਇਹ ਜਾਣਨਾ ਚਾਹੁੰਦਾ ਵੀ ਤੁਹਾਡੇ ਤੋਂ ਇੱਥੇ ਕਿਹੜੇ ਪਿੰਡਾਂ ਦੇ ਬੱਚੇ ਆਉਂਦੇ ਅਤੇ ਕਿੰਨੇ ਕੁ ਤੁਹਾਡੇ ਜਾਣੀ ਕਿ ਭਲਵਾਨੀ ਦੇ ਗੁਰ ਸਿੱਖਦੇ ਆ ਤੁਹਾਡੇ ਕੋਲ? ਦੇਖੋ ਭਲਵਾਨ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਲੀਅਰ ਕਿ ਐਡਾ ਦੱਸਣ ਜੋਗੇ ਤਾਂ ਆਪਾਂ ਕੀ ਗੁਰ ਦੱਸਾਂ, ਕੀ ਦੱਸਣੇ, ਕਿੰਨੇ ਕੁ ਆਪਾਂ ਸਿੱਖਿਆ ਨਾ। ਮੇਨ ਗੱਲ ਮੈਂ ਤੁਹਾਨੂੰ ਇਹ ਕਰਨੀ ਚਾਹੁੰਦਾ, ਜਿੱਦਾਂ ਫਿਰ ਉਹੀ ਗੱਲ ਕਿ ਕਿਸੇ ਨਿਆਣੇ ਨੂੰ ਘਰੋਂ ਕੱਢਣਾ ਕਿੰਨਾ ਔਖਾ ਹੋ ਜਾਂਦਾ। ਭਾਜੀ ਹੁਣੀ ਤੁਹਾਨੂੰ ਦੱਸਿਆ ਕਿ 2015 ਤੋਂ ਸ਼ੁਰੂ ਕੀਤਾ ਸੀ, ਭਾਜੀ ਵੀ ਬਾਹਰ ਚਲੇ ਗਏ, ਮੈਂ ਵੀ ਚੱਲ ਜਾਣਾ, ਇੱਥੇ ਫਿਰ ਕੋਈ ਨਹੀਂ ਆਉਂਦਾ, ਬਾਅਦ 'ਚ ਇੱਦਾਂ ਹੀ ਪਿਆ ਸੀ ਹੈ ਨਾ। ਹੁਣ ਮੈਂ ਜਦੋਂ ਲੋਕਡਾਊਨ ਦੇ ਵਿੱਚ ਆਪਣਾ ਕਿਸਾਨਾਂ ਦਾ ਪ੍ਰੋਟੈਸਟ ਚੱਲਦਾ, ਉਹਦੇ ਕਰਕੇ ਆਏ ਸੀਗੇ ਆਪਾਂ ਉਸ ਵੇਲੇ, ਚਲੋ ਹੁਣ ਵੀ ਜਾ ਆਈਦਾ। ਅਤੇ ਫਿਰ ਹੁਣ ਫਲਾਈਟਾਂ ਚੱਲਦੀਆਂ ਨਹੀਂ ਪਈਆਂ ਭਾਅ ਜੀ। ਹੁਣ ਫਿਰ ਇੱਕ ਛਿੰਝਾਂ ਦਾ ਦੌਰ ਆ, ਤੁਹਾਨੂੰ ਪਤਾ ਫਿਰ ਗੱਲ ਉਹੀ ਇਸ਼ਕ ਦੀ ਆ ਜਾਂਦੀ, ਜਿਹੜੀ ਚੀਜ਼ ਨਾਲ ਲਗਾ ਆ। ਫਿਰ ਮੈਂ ਭਾਅ ਜੀ ਇੱਥੇ ਮੁੰਡਾ ਸ਼ੁਰੂ ਕੀਤਾ, ਮੁੰਡਾ ਖੇੜੇ ਤੋਂ ਆ, ਜਾਫੀ ਆ ਮੁੰਡਾ, ਛੋਟਾ ਆ 10 ਕੁ ਸਾਲਾਂ ਦਾ ਆ। ਵਿਸਾਖੀ ਨੂੰ ਉੱਥੇ ਆਇਆ ਸੀ, ਮੈਂ ਉੱਦਾਂ ਇਹਨੂੰ ਦੇਖਿਆ, ਮੈਂ ਕਿਹਾ ਯਾਰ ਬੱਚਾ ਆਇਆ, ਜੇ ਇਹਨੂੰ ਇੱਦਾਂ ਲਾਇਆ ਜਾਵੇ ਤਾਂ ਕਿੰਨਾ ਵਧੀਆ। ਮੈਂ ਇਹਦੇ ਨਾਲ ਗੱਲ ਕੀਤੀ, ਇਹਦੇ ਬ੍ਰਦਰ ਆ ਮੁੰਡਾ, ਉਹਦੇ ਨਾਲ ਗੱਲ ਕੀਤੀ, ਉਹ ਫੈਮਿਲੀ ਨਾਲ, ਉਹ ਕਹਿੰਦੇ ਕੋਈ ਨਹੀਂ ਅਸੀਂ ਭੇਜਾਂਗੇ। ਉਹ ਆਇਆ, ਉਹ ਤੋਂ ਬਾਅਦ ਮੁੰਡਾ ਆਪਣਾ ਇੱਥੇ ਹਰਸ਼ ਵਾ, ਇੱਥੇ ਭਾਣਜਾ ਆਪਣਾ ਇੱਥੇ ਪਿੰਡ ਦਾ, ਅਤੇ ਉਹ ਇੱਥੇ ਆਉਂਦਾ ਹੁੰਦਾ। 2-3 ਮੁੰਡੇ ਆਏ, ਜਾਣੀ ਕਿ ਜਦੋਂ ਕਹਿੰਦੇ ਹੁੰਦੇ ਫਿਰ ਸਾਡੇ ਗੋਲੂ ਬਾਈ ਕਹਿੰਦੇ ਹੁੰਦੇ ਆ ਕਿ ਜਦੋਂ ਆਪਾਂ ਜੋਗਾ ਖਿਲਾਰੀਏ ਫਿਰ ਆਪ ਹੀ 5-6 ਆ ਜਾਂਦੇ ਆ ਨਾ। ਫਿਰ ਹਾਂਜੀ, ਤੁਸੀਂ ਆਹ ਗੋਲੂ ਬਾਈ ਦਾ ਨਾਂ ਜਿੱਦਾਂ ਗੋਲੂ ਚੀਮਾ ਬਾਈ ਜੀ ਜਿਹਨਾਂ ਉਹਨਾਂ ਦਾ ਨਾਂ ਲੈ ਤੁਸੀਂ? ਠੀਕ ਆ, ਆਪਣੇ ਭਰਾਵਾਂ ਵੱਡੇ ਬਾਈ ਆ, ਉਹਨਾਂ ਨਾਲ ਬਹੁਤ ਪਿਆਰ ਆ, ਹਮੇਸ਼ਾ ਐਪਰੀਸ਼ੀਏਟ ਕਰਦੇ ਸਾਨੂੰ, ਕੋਈ ਵੀ ਚੰਗਾ ਕੰਮ ਕਰਦੇ। ਮੈਨੂੰ ਉਹਨਾਂ ਦੀ ਗੱਲ ਹਮੇਸ਼ਾ ਯਾਦ ਆਉਂਦੀ ਵੀ ਜਦੋਂ ਆਪਾਂ ਜੋਗਾ ਖਿਲਾਰਦੇ ਕੋਈ ਨਾ ਕੋਈ 5-6 ਆਉਂਦਾ ਹੈ ਨਾ, ਆਪ ਹੀ ਦਾਣਾ ਚੁਗਣਾ, ਜੇ ਕਈ ਵੇਲੇ ਕੋਈ ਹੰਸ ਵੀ ਆ ਜਾਂਦਾ ਬਾਈ ਕਹਿੰਦਾ ਹੁੰਦਾ। ਫਿਰ ਉਹ ਹਿਸਾਬ ਅਸੀਂ ਸੋਚਿਆ ਕਿ ਜੇ ਆਪਾਂ ਇਹਨਾਂ ਨੂੰ ਨਿਆਣਿਆਂ ਨੂੰ ਕੱਢ ਕੇ ਲਿਆਂਦਾ, ਮੈਂ 5-7 ਜਿੰਨੇ ਵੀ ਆ ਹੁਣ ਇਹ ਲੱਗੇ ਹੋ ਆ, ਪਹਿਲਾਂ ਦੇਖੋ 3 ਆਏ ਭਾਅ ਜੀ, 5 ਆਏ 6 ਆਏ, ਉਹ ਵਧੇ ਹੀ ਆ ਹੈ ਨਾ। ਫਿਰ ਮੈਂ ਇੱਕ ਹੋਰ ਤੁਹਾਨੂੰ ਦੱਸਦਾ, ਲਾਲੀ ਆਪਣਾ ਵੀਰਾ ਕਬੱਡੀ ਖੇਡਦਾ, ਉਹਨੂੰ ਨਾਲ ਸੱਦਿਆ। ਅਤੇ ਫਿਰ ਜਦੋਂ ਇਹ ਵਧੇ ਆ ਤਾਂ ਫਿਰ ਮੈਂ ਸੋਚਿਆ ਇਹਨਾਂ ਨੂੰ ਕੋਈ ਲਾਲਚ ਮੰਨ ਲਓ ਖੁਰਾਕ ਦਾ ਦਿੱਤਾ ਜਾਵੇ ਪਹਿਲਾਂ ਹੈ ਨਾ। ਮਿਹਨਤ ਤਾਂ ਚਲੋ ਇੱਦਾਂ ਹੈ ਭਾਅ ਜੀ ਭਲਵਾਨੀ, ਮੈਂ ਤੁਹਾਨੂੰ ਦੱਸਦਾ। ਹਾਂਜੀ ਬਾਈ ਜੀ, ਤੁਸੀਂ ਜਿੱਦਾਂ ਖੁਰਾਕ ਦੀ ਗੱਲ ਕੀਤੀ ਆ,
ਇਹ ਵੀ ਇੱਕ ਮੇਨ ਪਹਿਲੂ ਆ ਬਈ ਭਲਵਾਨਾਂ ਦੀ ਖੁਰਾਕ ਕਹਿੰਦੇ ਦੇਸੀ ਖੁਰਾਕ ਹੁੰਦੀ ਆ। ਖੁਰਾਕ ਦੇ ਵਿੱਚ ਕੀ ਕੀ ਤੁਸੀਂ ਬੱਚਿਆਂ ਨੂੰ ਦਿੰਦੇ ਆ ਜਾਂ ਕੀ ਕੀ ਦੇਣ ਲੈਣ ਲਈ, ਜਾਣੀ ਕਿ ਘਰੇ ਕੀ ਖਾ ਸਕਦੇ ਆ ਬੱਚੇ, ਜਾਂ ਤੁਸੀਂ ਇੱਥੇ ਖਾੜੇ ਦੇ ਵਿੱਚ ਕੀ ਬੱਚਿਆਂ ਨੂੰ ਦਿੰਦੇ ਆ ਆਪਣੇ ਵੱਲੋਂ? ਹਾਂਜੀ ਭਾਜੀ, ਖੁਰਾਕ ਇੱਕ ਮੇਨ ਮੰਨ ਲਓ ਹੈਗੀ ਆ ਭਲਵਾਨੀ ਦੇ ਵਿੱਚ। ਖੁਰਾਕ ਦੇ ਸਿਰ ਤੇ ਹੀ ਮਤਲਬ ਭਲਵਾਨੀ ਦੇ ਵਿੱਚ ਵੀ ਮੈਂ ਕਹਿੰਦਾ ਉਹਨਾਂ ਹਰ ਇੱਕ ਗੇਮ ਦੇ ਵਿੱਚ, ਜਦੋਂ ਅਸੀਂ ਫੁੱਟਬਾਲ ਵੀ ਖੇਡਦੇ ਸੀ ਉਦੋਂ ਵੀ ਸਾਨੂੰ ਮੰਨ ਲਓ ਇਹਨਾਂ ਪਤਾ ਨਹੀਂ ਹੁੰਦਾ ਸੀ ਕਿ ਕੋਈ ਕੀ ਖਾਣਾ ਪੀਣਾ ਨਾ, ਚਲੋ ਘਰ ਜੋ ਹੋਣਾ ਪਨੀਰ ਵਗੈਰਾ ਖਾ ਲੈਣਾ। ਪਰ ਭਲਵਾਨੀ ਦੇ ਵਿੱਚ ਤਾਂ ਇੱਦਾਂ ਭਾਜੀ, ਸਾਡੇ ਜੋਧੇ ਭਾਈ ਦੇ ਬਾਪੂ ਜੀ ਕਹਿੰਦੇ ਹੁੰਦੇ ਆ ਵੀ ਜੋ ਕੁਛ ਮੰਨ ਲਓ ਢਿੱਡ 'ਚ ਪਾ ਲਿਆ ਉਹ ਕੁਛ ਤੁਹਾਡਾ ਆ ਭਾਈ, ਜੋ ਕੁਛ ਨਹੀਂ ਉਹ ਨਹੀਂ ਹੋਣਾ। ਜਦੋਂ ਤੁਸੀਂ ਸਖਤ ਮਿਹਨਤ ਕਰਦੇ ਆ, ਹਾਰਡ ਇੱਕ ਵਰਕ ਕਰਦੇ ਆ, ਤਾਂ ਤੁਹਾਡੇ ਲਈ ਇੱਕ ਵਧੀਆ ਪ੍ਰੋਪਰ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਆ। ਅਤੇ ਮੈਂ ਭਾਜੀ ਦੇਖੋ ਆਪ ਖੁਦ ਆਪਣੀ ਲਾਈਫ ਦੇ ਵਿੱਚ ਸਭ ਤੋਂ ਜ਼ਿਆਦਾ ਬਦਾਮ ਪੀਤੇ ਆ ਜੀ, ਠੀਕ ਆ। ਉਸ ਤੋਂ ਬਾਅਦ ਚਲੋ ਅੱਜ ਤਾਂ ਨੌਨ ਵੈਜ ਆਪਾਂ ਖਾਂਦੇ ਹਾਂ, ਨੌਨ ਵੈਜ ਵੀ ਮੈਂ ਜਦੋਂ ਹਫਤੇ ਦੀ ਰੱਖ ਲਓ 2-3 ਵਾਰੀ, ਮੰਨ ਲਓ ਮਟਨ ਹੋ ਗਿਆ ਜਾਂ ਆਪਣੇ ਚਿਕਨ ਹੋ ਗਿਆ। ਜਿੱਦਾਂ ਭਲਵਾਨ ਜੀ ਬਦਾਮ ਹੋ ਗਿਆ, ਠੀਕ ਹੈ, ਦੇਸੀ ਖੁਰਾਕ ਹੋਈ, ਜਾਣੀ ਕਿ ਨੌਨ ਵੈਜ ਜ਼ਰੂਰੀ ਹੈ। ਨੌਨ ਵੈਜ ਦੇ ਵਿੱਚ ਆਪਾਂ ਮਟਨ ਚਿਕਨ ਦੀ ਗੱਲ ਕਰਦੇ ਵੀ ਜ਼ਰੂਰੀ ਆ ਭਲਵਾਨੀ ਵਾਸਤੇ ਇਹ? ਦੇਖੋ ਭਲਵਾਨੀ ਵਾਸਤੇ ਮੈਂ ਤੁਹਾਨੂੰ ਇਹ ਕਹਿੰਦਾ, ਆਮ ਬੰਦੇ ਵਾਸਤੇ ਵੀ, ਜੇ ਮੰਨ ਲਓ ਜੇ ਨਹੀਂ ਖਾਂਦੇ ਉਹ ਮੰਨ ਲਓ ਹਰ ਇੱਕ ਦਾ ਆਪਣੀ ਆਪਣੀ ਥਿੰਕਿੰਗ ਨਹੀਂ, ਜਿਹੜਾ ਬੰਦਾ ਖਾਂਦਾ ਉਹਦੇ ਲਈ ਤਾਂ ਵਧੀਆ। ਕਿਉਂਕਿ ਮੇਨ ਕੀ ਆ, ਦੇਖੋ ਤੁਸੀਂ ਚੈਟ ਵੀ ਲੱਗੇ ਹੁੰਦੇ ਸਕੂਲਾਂ ਵਿੱਚ, ਜਾਓ ਚਾਟ ਲੱਗੇ ਹੁੰਦੇ ਆ, ਜਾਂ ਮੰਨ ਲਓ ਕੋਈ ਵੀ ਜਿਮ ਉੱਥੇ ਉਹਨੇ ਲਿਖਿਆ ਹੁੰਦਾ ਮੱਛੀ ਹੋ ਗਈ, ਆਂਡੇ ਹੋ ਗਏ, ਇਹਨਾਂ ਤੋਂ ਕੀ ਪ੍ਰੋਟੀਨ ਸਾਨੂੰ ਵੱਧ ਮਿਲ ਜਾਂਦਾ, ਕਿਉਂਕਿ ਇਹ 'ਚ ਆਪਣੀ ਵੇਸਟੇਜ ਜ਼ਿਆਦਾ ਹੁੰਦੀ ਹੈ ਜਦੋਂ ਆਪਾਂ ਮਿਹਨਤ ਕਰਦੇ ਹਾਂ ਜੀ। ਰਿਕਵਰੀ ਲਈ ਬਹੁਤ ਜ਼ਰੂਰੀ ਆ ਜੀ ਇਹ ਚੀਜ਼ਾਂ। ਬਾਕੀ ਦੇਖੋ ਭਲਵਾਨ ਜੀ, ਆਪਾਂ ਦਾ ਜਿੰਨੇ ਭਲਵਾਨਾਂ ਨੇ ਸੰਗਤ ਕੀਤੀ ਆ ਉਹ ਇਹੀ ਕਹਿੰਦੇ ਕਿ ਜਿਹੜਾ ਬਦਾਮਾਂ ਦਾ ਪਾਣੀ ਆ, ਮਤਲਬ ਬਦਾਮ ਆਪਾਂ ਪੀਂਦੇ ਆ, ਉਹ ਬਹੁਤ ਜ਼ਰੂਰੀ ਆ ਜੀ। ਦੇਖੋ ਮੈਂ ਇੱਥੇ ਵੀ ਇਹਨਾਂ ਨੂੰ ਦੱਸਿਆ ਕਿ ਇਹਨਾਂ ਨੂੰ ਜਵਾਕਾਂ ਨੂੰ ਸਵੇਰ ਨੂੰ ਡੇਲੀ ਦਾ ਇਹਨਾਂ ਨੂੰ 500-600 ਦੀ ਆਪਾਂ ਖੁਰਾਕ ਪਲਾਈ ਦੀ ਨਿਆਣਿਆਂ ਨੂੰ। ਅੱਧਾ ਕਿੱਲੋ ਬਦਾਮ ਹੁੰਦੇ ਆ, ਨਾਲ ਜੋ ਹੋਰ 10-12 ਚੀਜ਼ਾਂ ਪੈਂਦੀਆਂ, ਉਹ ਪਾ ਕੇ ਇਹਨਾਂ ਨੂੰ ਵਧੀਆ ਤਰੀਕੇ ਸਵੇਰ ਨੂੰ ਇੱਥੇ ਤਿਆਰ ਕਰਕੇ ਦੇਈ ਦੀ ਆ। ਸ਼ਾਮ ਨੂੰ ਇਹਨਾਂ ਨੂੰ ਘਰ ਦੱਸਿਆ ਕਿ ਕੁੰਡੇ ਛੋਟੇ ਭਾਈ ਘਰ ਰੱਖੋ, ਘਰੋਂ ਬਣਾ ਕੇ ਲਿਆਓ ਜੇ ਤਾਂ ਤਕੜੇ ਹੋਣਾ ਹੈ ਨਾ। ਅਤੇ ਮੈਨੂੰ ਇੱਕ ਗੱਲ ਯਾਦ ਆਉਂਦੀ ਭਲਵਾਨੀ ਦੇ ਰਿਲੇਟਡ, ਆਪਣੇ ਪ੍ਰੋਫੈਸਰ ਕਰਮ ਸਿੰਘ ਯੋਗੀ ਹੋਣੀ ਹੋਏ ਆ ਮਾਲਵੇ ਤੋਂ ਵੀ, ਉਹਨਾਂ ਨੇ ਗੱਲ ਕਹੀ ਸੀ ਕਿ ਮੱਲਾ ਮੱਲੀ ਜ਼ੋਰ ਦੀ, ਹੱਡਾਂ ਪੈਰਾਂ ਨੂੰ ਤੋੜਦੀ, ਕਰ ਲਏਗਾ ਤਾਂ ਤੇਰੀ ਹੈ, ਨਹੀਂ ਹੋ ਜੂ ਕਿਸੇ ਹੋਰ ਦੀ। ਦੇਖੋ ਇਹ ਜਿਹੜੀ ਭਲਵਾਨੀ ਆ ਇਹ ਤਾਂ ਐਂ ਹੀ ਆ ਜੀ, ਜੇ ਮੰਨ ਲਓ ਬੰਦਾ ਦਿਲ 'ਚ ਲਾ ਕੇ ਕਰਦਾ ਆ ਫੇਰ ਹੀ ਤੁਹਾਡੀ ਹੋਣੀ ਆ। ਇਹ 'ਚ ਸੱਟਾਂ ਫੇਟਾਂ ਬਹੁਤ ਕੁਛ ਹੁੰਦਾ। ਦੇਖੋ ਵੀਰੇ, ਜਦੋਂ ਆਪਾਂ ਅੱਗ ਨੂੰ ਹੱਥ ਲਾਉਣਾ ਕੋਈ ਨਾ ਕੁਛ ਤਾਂ ਹੁੰਦਾ ਹੀ ਆ ਨਾ, ਉਹ ਸਾਡਾ ਕੋਈ ਨਾ ਕੋਈ ਨੁਕਸਾਨ ਵੀ ਕਰਦੀ ਆ, ਫਾਇਦਾ ਵੀ ਹੁੰਦਾ। ਇਹ ਚੀਜ਼ ਨਾਲ ਤਾਂ ਇਹ ਆ ਕਿ ਆਪਾਂ ਕੁਛ ਹੋ ਸਕਦਾ, ਮੰਨ ਲਓ ਖਤਰਨਾਕ ਖੇਡ ਹੈ, ਇਹ ਨਹੀਂ ਕਹਿ ਸਕਦੇ ਬਹੁਤ, ਪਰ ਕਈ ਵੇਲੇ ਹੋ ਜਾਂਦਾ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ, ਮੇਰੇ ਘਰ ਦੇ ਸਾਡੇ ਘਰ ਦੇ ਵਿੱਚ ਕੋਈ ਭਲਵਾਨ ਨਹੀਂ ਸੀ। ਜਦੋਂ ਮੇਰੇ ਸੱਟ ਲੱਗੀ ਮੇਰੀ ਮਾਤਾ ਰੋਂਦੀ ਮੈਂ ਦੇਖੀ ਆ ਉਦੋਂ ਵੇਲੇ, ਉਹਨੇ ਕਹਿਣਾ ਇਹ ਕੀ ਕਰਵਾ ਕੇ ਆ ਗਿਆ ਨਾ। ਜਦੋਂ ਮੈਨੂੰ ਯਾਦ ਆ ਮੇਰੀ ਬਾਂਹ 'ਤੇ ਸੱਟ ਲੱਗੀ, ਉਹ ਇੱਕਦਮ ਉਹਦੇ ਹੱਥ 'ਚ ਵਰਤ ਨਹੀਂ, ਉਹਨੇ ਲੇਰ ਮਾਰੀ ਹੈ ਨਾ। ਮੈਂ ਤਾਂ ਕਹਿੰਦਾ ਵੀ ਇਸ ਚੀਜ਼ ਤੋਂ ਘਬਰਾਉਣਾ ਨਹੀਂ ਚਾਹੀਦਾ ਬੱਚਿਆਂ ਨੂੰ ਕਦੇ ਵੀ। ਮੈਂ ਤਾਂ ਚਲੋ ਚੱਲ ਗਿਆ, ਉਸ ਵੇਲੇ ਨਹੀਂ ਸੀਗਾ ਕੋਈ ਸਾਂਭਣ ਵਾਲਾ। ਹੁਣ ਆਪਾਂ ਇਹਨਾਂ ਨੂੰ ਜਿੰਨੇ ਬੱਚੇ ਇੱਥੇ ਆਉਂਦੇ ਆ, ਕੋਈ ਨਹੀਂ ਸੱਟ ਵੇਟ ਵੀ ਲੱਗ ਜਾਂਦੀ, ਬਹੁਤ ਕੁਛ ਉਤਰਾ ਚੜ੍ਹਾਉਂਦੇ, ਵੱਡੇ ਮੱਲ ਵੀ ਆ ਜਿੰਨੇ, ਸਾਰਿਆਂ ਦੇ ਹੋ ਜਾਂਦਾ। ਇਹ ਚੀਜ਼ਾਂ ਨਾਲ ਹੀ ਚੱਲਦੀਆਂ, ਰਿਕਵਰੀ ਵੀ ਹੋ ਜਾਂਦੀ। ਉਹ ਰਿਕਵਰੀ ਲਈ ਫਿਰ ਚੰਗੀ ਖੁਰਾਕ ਦੀ ਲੋੜ ਪੈਂਦੀ ਹੈ। ਜਦੋਂ ਚੰਗੀ ਖੁਰਾਕ ਖਾਵਾਂਗੇ ਆਪਾਂ, ਖਰੌਂਡਿਆਂ ਦਾ ਸੂਪ ਹੋ ਗਿਆ, ਹੋਰ ਬਹੁਤ ਚੀਜ਼ਾਂ। ਬਾਕੀ ਭਾਜੀ ਅੱਜ ਦੇ ਟਾਈਮ ਦੇ ਵਿੱਚ ਮੁੰਡੇ ਜਿੱਦਾਂ ਲੈਂਦੇ ਆ ਪ੍ਰੋਟੀਨ ਵਗੈਰਾ ਜਾਂ ਕੁਛ ਵੀ, ਉਹ ਵੀ ਮੈਂ ਦੱਸ ਦੇਣਾ, ਸਪਲੀਮੈਂਟ ਜਿਹਨੂੰ ਕਹਿੰਦੇ ਆ। ਹਾਂਜੀ ਬਾਈ ਜੀ, ਤੁਸੀਂ ਦੇਸੀ ਖੁਰਾਕ ਦੀ ਗੱਲ ਕੀਤੀ ਆ, ਵਧੀਆ ਗੱਲ ਆ ਬਈ ਤੁਸੀਂ ਬੱਚਿਆਂ ਨੂੰ ਡਾਈਟ ਦਿੰਦੇ ਆ ਸਵੇਰ ਤੋਂ ਵੀ। ਅਤੇ ਇੱਕ ਸਵਾਲ ਹੋਰ ਸੀਗਾ ਬਈ, ਤੁਸੀਂ ਮਿਹਨਤ ਜਿਹੜੀ ਹੈ ਕਿਸ ਟਾਈਮ ਕਰਾਉਂਦੇ ਆ ਬੱਚਿਆਂ ਨੂੰ ਖਾੜੇ ਦੇ ਵਿੱਚ, ਸਵੇਰੇ ਜਾਂ ਸ਼ਾਮ, ਜਾਂ ਦੋਨੋਂ ਟਾਈਮ ਕਿਸ ਹਿਸਾਬ ਨਾਲ ਤੁਸੀਂ ਮਿਹਨਤ ਕਰਾਉਂਦੇ ਬੱਚਿਆਂ ਨੂੰ? ਭਾਜੀ ਦੇਖੋ 3 ਮਹੀਨੇ ਹੋਏ ਆ, ਆਪਾਂ ਕੋਈ ਇੱਦਾਂ ਜ਼ਿਆਦਾ ਨਹੀਂ ਕਰਦੇ। ਚਲੋ ਤੁਸੀਂ, ਤੁਹਾਡੇ ਲਈ ਵੀ ਮਾਣ ਵਾਲੀ ਗੱਲ ਆ ਇਲਾਕੇ ਦੇ ਵਿੱਚ, ਹੈ ਨਾ, ਵੀ ਚਲੋ ਖਾੜੇ 'ਚ ਬੱਚੇ ਆ ਰਹੇ ਆ। ਇਹਨਾਂ ਨੂੰ ਸਵੇਰ ਨੂੰ ਕਰਾਈ ਦੀ ਆ ਭਾਜੀ, ਮਿਹਨਤ ਕਰਾਈ ਦੀ ਆ। ਉਹੀ ਆਪਣੀ ਦੇਸੀ ਪਹਿਲਾਂ ਸਭ ਤੋਂ ਵੱਡੀ ਤੁਹਾਨੂੰ ਵਧੀਆ ਖੁਸ਼ੀ ਦੀ ਗੱਲ, ਗਰਾਊਂਡ ਸਾਡੇ ਕੋਲ ਆ, ਇੱਥੇ ਰਨਿੰਗ ਕਰੀ ਦੀ ਆ, 20-25 ਮਿੰਟ ਨਿਆਣੇ ਲਾਉਂਦੇ ਰਨਿੰਗ ਦੇ। ਉਸ ਤੋਂ ਬਾਅਦ ਪੂਰਾ ਵਾਰਮਅਪ ਹੋ ਕੇ ਸਟੈਚਿੰਗ ਵਗੈਰਾ ਕਰਕੇ ਖਾੜਾ ਖੋਲ੍ਹਦੇ ਆ। ਮੇਨ ਭਲਵਾਨੀ ਦੇ ਵਿੱਚ ਖਾੜਾ ਖੋਲ੍ਹਣਾ, ਡੰਡ ਬੈਠਕਾਂ ਲਾਉਣੀਆਂ, ਸਪਾਟੇ, ਰੱਸਾ ਚੜ੍ਹਨਾ, ਹੈ ਨਾ, ਅਤੇ ਉਹ ਮੂੰਗਲੀਆਂ ਫੇਰਨੀਆਂ, ਇਹ ਸਾਰਾ ਮੰਨ ਲਓ ਆਪਾਂ ਹੌਲੀ ਹੌਲੀ ਸਮਾਨ ਆਪਣੇ ਕੋਲ ਅਵੇਲੇਬਲ ਵੀ ਆ, ਕਰ ਵੀ ਰਹੇ ਹਾਂ, ਹੈ ਨਾ। ਅਤੇ ਹੁਣ ਸਪੈਸ਼ਲ ਕਹੀ ਬਣਾਈ ਭਲਵਾਨਾਂ ਲਈ ਵੱਡੀ, ਹੈ ਨਾ, ਫਿਰ ਜਿੱਦਾਂ ਜਿੱਦਾਂ ਆਪਾਂ ਦੇਖਦੇ ਹਾਂ। ਹਾਂਜੀ ਹਾਂਜੀ, ਮੈਂ ਕਹੀ ਪੁੱਛਣਾ ਚਾਹੁੰਦਾ ਸੀ ਵੀ ਕਿੰਨੇ ਕਿੱਲੋ ਦੀ ਆ ਭਲਵਾਨ ਜੀ ਇਹ ਕਹੀ? ਭਲਵਾਨ ਜੀ ਹੁਣ 12 ਕਿੱਲੋ ਦੀ ਕਹੀ ਬਣਾਈ ਆ ਜੀ, ਪਹਿਲੀਆਂ 5-5 ਕਿੱਲੋ ਦੀਆਂ ਸੀ ਜਿਹੜੀਆਂ ਪਹਿਲਾਂ ਸੀ, ਇਹ 12-13 ਕਿੱਲੋ ਦੀ ਕਹੀ ਬਣਾਈ ਆ ਜੀ, ਹੈ ਨਾ। ਅਤੇ ਇੱਕ ਭਲਵਾਨ ਜੀ ਤੁਹਾਡੇ ਇੱਥੇ ਮੂੰਗਲੀ ਪਈ ਆ, ਇਹ ਕਿੰਨੇ ਕਿੱਲੋ ਦੀ ਆ? ਅਤੇ ਇੱਕ ਇਹ ਸਵਾਲ ਸੀਗਾ ਬਈ ਬੱਚਿਆਂ ਦੇ ਲਈ ਵੀ, ਜਾਣੀ ਕਿ ਕਿੰਨੀ ਕੇਜ ਦਾ ਬੱਚਾ ਤੁਹਾਡੇ ਕੋਲ ਆ ਸਕਦਾ ਆ ਇੱਥੇ? ਕਿੰਨੀ ਕੇਜ ਦਾ ਬਈ, ਛੋਟੇ ਤੋਂ ਛੋਟਾ ਬੱਚਾ ਕਿੰਨੀ ਕੇਜ ਦਾ ਹੋ ਸਕਦਾ ਵੀ ਜਿਹੜਾ ਤੁਹਾਡੇ ਕੋਲ ਆਣ ਕੇ ਇੱਥੇ ਭਲਵਾਨੀ ਦੇ ਗੁਰ ਸਿੱਖ ਸਕੇ? ਦੇਖੋ ਵੀਰੇ, ਆਪਾਂ ਇੱਕ ਬਹੁਤ ਖਤਰਨਾਕ ਦੌਰ 'ਚੋਂ ਗੁਜ਼ਰ ਰਹੇ ਹਾਂ ਨਾ, ਕਿ ਬੱਚੇ ਨੂੰ ਮੰਨ ਲਓ ਇੱਧਰ ਨੂੰ ਗੇਮ ਵੱਲ ਨੂੰ ਲਾਉਣਾ ਬੜਾ ਮੰਨ ਲਓ ਮੁਸ਼ਕਿਲ ਜਿਹਾ ਕੰਮ ਹੋ ਰਿਹਾ। ਮੇਰੇ ਖੁਦ ਦਾ ਜਵਾਕ ਆ, ਮੈਨੂੰ ਪਤਾ ਕਿੰਨਾ ਔਖਾ ਹੋ ਰਿਹਾ ਨਾ। ਆਪਾਂ ਤਾਂ ਸੋਚ ਲੈਂਦੇ ਹਾਂ ਕਿ ਹਾਂ ਕਰਾਂਗੇ, ਪਰ ਫਿਰ ਵੀ ਜਿੱਦਾਂ ਹੁਣ ਤੁਸੀਂ ਵਧੀਆ ਸਵਾਲ ਕੀਤਾ ਕਿ ਛੋਟੇ ਬੱਚੇ ਨੂੰ, ਮੈਂ ਕਹਿੰਦਾ ਜਿੱਦਾਂ ਹੁਣ ਸਾਡੇ ਪਿੰਡ ਤੋਂ ਭਾਜੀ ਆ ਜੋਥਾ ਵੀਰ ਆਇਆ, ਆਪਣੇ ਜਵਾਕ ਨੂੰ ਇੰਨਾ ਕੁ ਐਪਰੀਸ਼ੀਏਟ ਕਰਦਾ ਪਿਆ। ਇਹਨੇ ਪਤਾ ਨਹੀਂ ਕੀ ਦੇਖਿਆ ਹੋਣਾ ਵੀਰੇ ਨੇ ਪਹਿਲਾਂ, ਕਿਹੋ ਜਿਹੇ ਹਾਲਾਤ ਹੈ ਨਾ, ਆਪ ਨਾਲ ਲੈ ਕੇ ਆਉਂਦਾ। ਇਹ ਮੁੰਡਾ ਛੋਟਾ 7 ਸਾਲ ਦਾ ਏਕਮ ਹੈ ਨਾ, 6 ਸਾਲ ਦਾ ਸੋਰੀ, ਅਤੇ ਇਹ ਡੇਲੀ ਆਉਂਦਾ ਹੈ ਨਾ ਨਾਲ। ਮੈਂ ਕਹਿੰਦਾ ਮੈਨੂੰ ਵੀ ਇਹਨਾਂ ਕਰਕੇ ਡੇਲੀ ਫਿਰ ਆਉਣਾ ਹੀ ਪੈਂਦਾ, ਮੈਂ ਕਿਤੇ ਜਾਂਦਾ ਨਹੀਂ ਫਿਰ ਇਹਨਾਂ ਕਰਕੇ ਆਉਣਾ। ਇਹ ਜਵਾਕ ਭੇਜਣ ਦੀ ਗੱਲ ਖੜੇ, ਦੇਖੋ ਇਹ ਵੀ ਇੱਕ ਮਤਲਬ ਸਕੂਲ ਵਾਂਗੂ ਹੀ ਆ ਬਾਈ ਜੀ।
ਊੜਾ ਐੜਾ ਜਿੱਦਾਂ ਸਿੱਖਦੇ ਆਪਾਂ, ਇਹ ਵੀ ਇੱਥੋਂ ਜੇ ਆਪਾਂ ਹੁਣ ਤੋਂ ਨਾਲ ਆਊਗੇ, ਤੁਰੂਗੇ, ਦੇਖੂਗੇ, ਹੌਲੀ ਹੌਲੀ ਇਹਨਾਂ ਦੇ ਅੰਦਰ ਸ਼ੌਂਕ ਪਊਗਾ, ਜਾਗ ਲੱਗੂਗਾ। ਇੱਕ ਨਿਆਣਾ ਜਾ ਕੇ ਬਾਹਰ ਮੰਨ ਲਓ ਜਦੋਂ ਜਦ ਤੱਕ 10 ਸਾਲ ਦਾ ਹੋਣਾ, ਉਹਦੇ ਵੱਲ ਦੇਖ ਕੇ 10 ਬੱਚੇ ਹੋਰ ਤਿਆਰ ਹੋ ਜਾਣੇ ਆ, ਉਹਨੀ ਆਉਣ ਨੂੰ ਦਿਲ ਕਰਨਾ ਕਿ ਹਾਂ ਭਾਈ ਆਪਾਂ ਵੀ ਕਰਕੇ ਦੇਖੀਏ। ਕੁਸ਼ਤੀ ਦੇ ਵਿੱਚ ਇਹ ਹੁੰਦਾ ਕਿ ਜਦੋਂ ਮੰਨ ਲਓ ਆਪਾਂ ਚਾਹੇ ਭਲਵਾਨੀ ਕੋਈ ਛਿੰਝਾਂ ਵਿੱਚ ਲੜਦੇ ਦੰਗਲਾਂ 'ਚ, ਚਾਹੇ ਆਪਾਂ ਜਿੱਤੀਏ ਜਾਂ ਹਾਰੀਏ, ਆਪਾਂ ਨੂੰ ਇਨਾਮ ਦਿੰਦੀਆਂ ਕਮੇਟੀਆਂ ਨਾ, ਉਹ ਇੱਕ ਬਹੁਤ ਹੌਸਲਾ ਅਫਜ਼ਾਈ ਉਹਦੇ ਨਾਲ ਨਿਆਣੇ ਨੂੰ ਬਹੁਤ ਉਹ ਹੁੰਦਾ ਆ, ਹੌਸਲਾ ਮਿਲਦਾ ਆ ਕਿ ਹਾਂ ਭਾਈ ਆਪਾਂ ਨੂੰ ਪੈਸੇ ਮਿਲੇ, ਆਪਾਂ ਚੰਗੀ ਖੁਰਾਕ ਖਾਵਾਂਗੇ, ਨਿਆਣਿਆਂ ਦੇ ਮਾਪਿਆਂ ਨੂੰ ਚਾਅ ਚੜ੍ਹਦਾ ਹੈ ਨਾ। ਇਹ ਚੀਜ਼ ਹੁੰਦੀ ਭਾਅ ਜੀ, ਉਹਦੇ ਨਾਲ ਫਿਰ ਆਟੋਮੈਟਿਕਲੀ ਬੱਚੇ ਜਦੋਂ ਇਹ ਚੀਜ਼ਾਂ ਦੇਖਣ ਨੂੰ ਮਿਲੂਗੀਆਂ। ਹੁਣ ਮੇਨ ਗੱਲ ਹੁੰਦੀ ਪਲੇਟਫਾਰਮ ਦੀ। ਹੁਣ ਭਾਲਟੇ ਪਿੰਡ ਵਿੱਚ ਆਪਾਂ ਤਾਂ ਮੈਂ ਤਾਂ ਤੁਹਾਡੇ ਕੈਮਰੇ ਥਰੂ ਇਹੀ ਕਹਿਣਾ ਚਾਹੂੰਗਾ ਕਿ ਭਾਈ ਇੱਥੇ ਬਣਿਆ ਆਪਦੇ ਬੱਚਿਆਂ ਨੂੰ ਜ਼ਰੂਰ ਭੇਜੋ। ਜੇ ਨਹੀਂ ਵੀ ਭੇਜਣਾ, ਆਪ ਇੱਕ ਵਾਰ ਗੇੜਾ ਕੱਢ ਕੇ ਜਾਓ, ਇੱਥੇ ਮਾਹੌਲ ਦੇਖ ਕੇ ਜਾਓ ਕੀ ਆ ਭਾਅ ਜੀ। ਬਹੁਤ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਕਿ ਖਤਰਨਾਕ ਦੌਰ ਇਸ ਕਰਕੇ ਕਿਹਾ ਕਿ ਮੰਨ ਲਓ ਇੱਕ ਤਾਂ ਨਸ਼ੇ ਨੇ ਘਾਣ ਕੀਤਾ ਪਿਆ, ਕੁਛ ਸਾਡੀਆਂ ਸਰਕਾਰਾਂ ਦੇਖੋ ਐਪਰੀਸ਼ੀਏਟ ਨਹੀਂ ਕਰਦੀਆਂ ਪਈਆਂ, ਇੰਨਾ ਨਹੀਂ ਇੱਧਰ ਨੂੰ ਹੁੰਦੀਆਂ ਪਈਆਂ। ਜਦ ਤੱਕ ਇਹ ਚੀਜ਼ਾਂ ਸਾਨੂੰ ਆਪ ਹੀ ਕਰਨੀਆਂ ਪੈਣੀਆਂ ਹੈ ਨਾ, ਆਪ ਹਿੰਮਤ ਕਰਨੀ ਪੈਣੀ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਕਰੀਏ। ਮੈਂ ਤਾਂ ਕਹੂੰਗਾ ਇਕੱਲੀ ਕੁਸ਼ਤੀ ਰੈਸਲਿੰਗ ਨਹੀਂ, ਚਲੋ ਤੁਹਾਡੇ ਕੋਲ ਰੈਸਲਿੰਗ ਆ, ਹੋਰ ਕਿਹੜੀ ਵੀ ਗੇਮ ਆ, ਫੁੱਟਬਾਲ ਹੋ ਗਈ, ਆਪਣੀ ਬਾਕਸਿੰਗ ਹੋ ਗਈ, ਜਿੰਨੀਆਂ ਵੀ ਹੁਣ ਓਲੰਪਿਕ ਚੱਲਦੀ ਪਈ, ਦੇਖੋ ਕਿੰਨੇ ਮੁੰਡੇ ਨੇ ਬੱਚੇ ਗਏ, ਇਹ ਚੀਜ਼ਾਂ 'ਚ ਕਰਾਓ ਜ਼ਰੂਰ, ਜਿੰਨੀ ਕੁ ਆਪਦੀ ਗੁੰਜਾਇਸ਼ ਹੈਗੀ, ਹਿੰਮਤ ਹੈਗੀ ਆ, ਜ਼ਰੂਰ ਕਰੋ ਜੀ। ਹਾਂਜੀ ਭਲਵਾਨ ਜੀ, ਤੁਸੀਂ ਦੇਸੀ ਖੁਰਾਕ ਬਾਰੇ ਦੱਸ ਦਿੱਤਾ ਸਾਨੂੰ। ਮੈਂ ਹੁਣ ਇੱਕ ਮੇਰਾ ਸਵਾਲ ਇਹ ਸੀਗਾ ਬਈ, ਜਿੱਦਾਂ ਅੱਜ ਕੱਲ੍ਹ ਦੌਰ ਚੱਲ ਰਿਹਾ ਸਪਲੀਮੈਂਟ ਦਾ, ਬਈ ਉਹ ਕਿੰਨੇ ਕੁ ਕਾਰਗਰ ਵਾ, ਭਲਵਾਨੀ ਲਈ ਕਾਰਗਰ ਵਾ ਜਾਂ ਹੋਰਾਂ ਸਪੋਰਟਸ ਲਈ ਵੀ ਕਾਰਗਰ ਹੈਗੇ, ਜਾਂ ਸਿਰਫ ਇੱਕ ਸ਼ੋਸ਼ੇਬਾਜ਼ੀ ਆ ਬਈ ਮੈਂ ਸਪਲੀਮੈਂਟ ਕਰਨਾ ਆ ਜਾਂ ਮੈਂ ਹੋਰ ਪ੍ਰੋਟੀਨ ਲੈ ਸਕਦਾ ਹੈ। ਇੱਦਾਂ ਤੁਹਾਡੀ ਜਿਹੜੀ ਭਲਵਾਨੀ ਆ, ਦੇਸੀ ਖੁਰਾਕ ਦੇ ਨਾਲ ਨਾਲ ਇਹ ਕਾਰਗਰ ਸਿੱਧ ਹੁੰਦੇ ਆ ਭਲਵਾਨ ਬਣਨ ਲਈ, ਜਾਂ ਇਹ ਸਿਰਫ ਇੱਕ ਗੱਲ ਹੀ ਆ ਬਈ ਮੈਂ ਜਾਣੀ ਕਿ ਸਪਲੀਮੈਂਟ ਲੈ ਕੇ ਆਹ ਹੋ ਜਾਊਗਾ ਆਹ ਹੋ ਜਾਊਗਾ? ਦੇਖੋ ਵੀਰੇ, ਮੈਂ ਦੂਰ ਨਹੀਂ ਜਾਂਦਾ, ਮੈਂ ਤੁਹਾਨੂੰ ਫਿਰ ਆਪਣੇ ਦੌਰ ਦੀ ਗੱਲ ਦੱਸਦਾ ਵੀ ਕਿੰਨਾ ਕੁ ਹੋ ਜਾਊਗਾ। 21 ਆ ਨਾ, ਅਤੇ ਮੈਂ 2010 'ਚ ਹੀ ਛੱਡ ਕੇ ਗਿਆ, 2006, 7, 8 'ਚ ਕੀਤੀ ਆ ਨਾ। ਅਤੇ ਉਸ ਟਾਈਮ ਮੇਰੇ ਹਿਸਾਬ ਨਾਲ ਮਾਲਪੁਰ 'ਚ ਕੋਈ ਦੁਕਾਨ ਨਹੀਂ ਸੀਗੀ ਸਪਲੀਮੈਂਟ ਦੀ, ਠੀਕ ਆ ਜੀ। ਹੁਣ ਮੰਨ ਲਓ ਮੋਸਟਲੀ 3-4 ਦੁਕਾਨਾਂ ਹੈਗੀਆਂ। ਮੈਂ ਇਹ ਨਹੀਂ ਕਹਿੰਦਾ ਕਿ ਚੰਗੀ ਨਹੀਂ ਇਹ ਚੀਜ਼ ਕਰਨੀ ਬਾਈ। ਮੈਂ ਤਾਂ ਦੇਖੋ ਆਪ ਕਦੇ ਇਸ ਚੀਜ਼ ਦੇ ਬਾਰੇ, ਮੈਂ ਸਿਰਫ ਪ੍ਰੋਟੀਨ ਪੀਤਾ, ਮੈਨੂੰ ਲੱਗਦਾ ਉਹ ਵੀ ਬਾਹਰ ਜਾ ਕੇ ਜਦੋਂ ਵੇਚ ਗਏ ਆ ਵੀ ਇਹ ਚੀਜ਼ ਵਧੀਆ ਹੁੰਦੀ, ਉਹ ਵੀ ਥੋੜ੍ਹਾ ਜਿਹਾ ਪੀਤਾ, ਉਹ ਵੀ ਇੱਦਾਂ ਪਿਆ, ਠੀਕ ਆ। ਮੈਂ ਇਹ ਨਹੀਂ ਕਹਿੰਦਾ ਮਾੜਾ ਨਹੀਂ, ਇਹ ਚੀਜ਼ ਜਦੋਂ ਆਪਾਂ ਮਿਹਨਤ ਕਰਦੇ ਹਾਂ ਜ਼ਰੂਰੀ ਆ। ਪ੍ਰੋਟੀਨ ਫਿਰ ਗੱਲ ਹੋਈ ਆ ਕਿ ਸਾਨੂੰ ਪ੍ਰੋਟੀਨ ਦੀ ਲੋੜ ਹੁੰਦੀ ਆ, ਅਤੇ ਉਹ ਚੀਜ਼ ਜ਼ਰੂਰੀ ਆ। ਬਾਕੀ ਭਾਅ ਜੀ ਜੇ ਕਿਸੇ ਨਿਆਣੇ ਨੇ ਸਪਲੀਮੈਂਟ ਕਰਨਾ ਵੀ ਆ, ਕੋਈ ਵਧੀਆ ਨੌਲੇਜ ਵਾਲੇ ਬੰਦੇ ਤੋਂ ਪੁੱਛ ਕੇ ਜ਼ਰੂਰ ਓਰੀਜਨਲ ਜਿਹੜੀ ਮੇਨ ਆ ਓਰੀਜਨਲ ਚੀਜ਼ ਖਾਓ। ਦੇਖੋ ਨਕਲੀ ਖਾ ਕੇ ਤਾਂ ਫਿਰ ਨੁਕਸਾਨ ਹੀ ਆ, ਬਹੁਤ ਮੁੰਡਿਆਂ ਦਾ ਨੁਕਸਾਨ ਵੀ ਹੋ ਜਾਂਦਾ। ਇਸੇ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਅੱਗੇ ਹੈ ਨਹੀਂ ਸੀ ਦੁਕਾਨਾਂ ਇੰਨੀਆਂ, ਹੁਣ ਇੰਨੀਆਂ ਖੁੱਲ੍ਹ ਰਹੀਆਂ, ਸਾਨੂੰ ਆਪ ਪਛਾਣਨੀ ਪੈਣੀ ਆ ਕਿ ਅਸਲੀ ਚੀਜ਼ ਕੀ ਆ। ਬਾਕੀ ਜਿੰਨੇ ਬੱਚੇ ਸਾਡੇ ਕੋਲ ਆ ਰਹੇ, ਮੈਂ ਇਸ ਚੀਜ਼ ਨੂੰ ਭਾਅ ਜੀ ਹਜੇ ਪਹਿਲ ਨਹੀਂ ਦਿੰਦਾ ਪਿਆ, ਠੀਕ ਆ, ਕਿਉਂਕਿ ਹਜੇ ਇੰਨੇ ਜੋਗੇ ਹੋਏ ਵੀ ਨਹੀਂ, ਹਜੇ ਇਹਨਾਂ ਨੂੰ ਬਹੁਤ ਉੱਪਰ ਜਾਣਾ ਆ। ਦੇਸੀ ਚੀਜ਼ਾਂ ਬਹੁਤ ਆ ਭਾਅ ਜੀ, ਤੁਸੀਂ ਮੈਨੂੰ ਬਦਾਮਾਂ ਦਾ ਪੁੱਛ ਲਓ, ਉਹ 'ਚ ਹੀ ਅਸੀਂ ਇੰਨੀਆਂ ਚੀਜ਼ਾਂ ਨਿਆਣੇ ਖਾ ਕੇ ਮੈਂ ਕਹਿੰਦਾ ਵਧੀਆ ਆਪਣੀ ਰੈਸਟ ਕਰੂਗੇ ਪ੍ਰੋਪਰ, ਤਾਂ ਉਹ ਬੱਚਾ ਭਾਰ ਵੱਧ ਜਾਂਦਾ, ਤਕੜਾ ਹੋ ਲੱਗ ਪੈਂਦਾ ਸਾਰਾ। ਬਈ ਜਾਣੀ ਕਿ ਤੁਸੀਂ ਜਿਹੜੀ ਭਲਵਾਨੀ ਮਿੱਟੀ ਵਾਲੀ ਭਲਵਾਨੀ ਆ, ਇਹਦੇ ਵਿੱਚ ਰਿਕਮੈਂਡ ਨਹੀਂ ਕਰਦੇ ਵੀ ਸਪਲੀਮੈਂਟਾਂ ਦੀ ਲੋੜ ਨਹੀਂ, ਜਿਹੜੀ ਦੇਸੀ ਖੁਰਾਕ ਵਾ ਸਾਡੇ, ਜਿਹੜਾ ਬਦਾਮ ਹੋਏ ਜਾਣੀ ਕਿ ਜਾਂ ਦੁੱਧ ਹੋਇਆ, ਦੁੱਧ ਕੇ ਘਰ ਦਾ ਹੋ ਗਿਆ, ਤੁਸੀਂ ਉਹਨੂੰ ਰਿਕਮੈਂਡ ਕਰੋਗੇ। ਸਪਲੀਮੈਂਟਾਂ ਨੂੰ ਫਿਲਹਾਲ ਤੁਸੀਂ ਯੂਜ਼ ਆਪ ਵੀ ਨਹੀਂ ਕਰਦੇ ਤਾਂ ਆਪਣੇ ਖਾੜੇ ਦੇ ਬੱਚਿਆਂ ਨੂੰ ਵੀ ਨਹੀਂ ਪ੍ਰੇਰਿਤ ਕਰਦੇ ਇਸ ਗੱਲ ਵੱਲ? ਬਿਲਕੁਲ ਭਾਅ ਜੀ, ਦੇਖੋ ਹਜੇ ਇਹਨਾਂ ਦੀ ਲੋੜ ਏਜ ਹੀ ਨਹੀਂ ਹੈਗੀ, ਹਜੇ ਤਾਂ ਇਹ ਪਹਿਲੇ ਸਟੈਪ 'ਤੇ ਆ ਭਾਅ ਜੀ। ਜਦੋਂ ਮੰਨ ਲਓ ਗਾਂਹ ਜਾਊਗੇ ਫਿਰ ਕਿਸੇ ਨੌਲੇਜ ਵਾਲੇ, ਕੋਈ ਐਥਲੀਟ ਤੋਂ, ਕੋਈ ਵਧੀਆ ਜਿਹੜੇ ਬੰਦੇ ਇਸ ਚੀਜ਼ ਦੇ ਵਿੱਚ ਹੈਗੇ ਆ, ਜਿਨ੍ਹਾਂ ਨੂੰ ਪੂਰੀ ਪ੍ਰੋਪਰ ਨੌਲੇਜ ਆ ਵਧੀਆ ਕੰਪਨੀ ਦਾ, ਮੈਂ ਕਦੇ ਕਿਸੇ ਨੂੰ ਇਹ ਨਹੀਂ ਕਹੂੰਗਾ ਕਿ ਭਾਈ ਤੂੰ ਆ ਜਾ ਕੇ ਲਿਆ ਜਾ, ਕਦੇ ਵੀ ਨਹੀਂ। ਕਿਉਂਕਿ ਮੈਂ ਖੁਦ ਦੇਖਿਆ ਭਾਅ ਜੀ, ਇੱਥੇ ਚੱਲਦਾ ਹੀ ਗਲਤ ਜ਼ਿਆਦਾ ਹੋ ਜਾਂਦਾ ਕੰਮ, ਠੀਕ ਆ ਜੀ। ਵੱਡੀਆਂ ਸ਼ੋਪਾਂ ਖੁੱਲ੍ਹੀਆਂ, ਕਿਸੇ ਦਾ ਆਪਾਂ ਦਾ ਚਲੋ ਪਤਾ ਨਹੀਂ, ਪਰ ਮੈਂ ਤਾਂ ਇਹ ਕਹੂੰਗਾ ਕਿ ਵਧੀਆ ਚੀਜ਼ ਖਾਓ ਭਾਈ, ਜਿਹੜਾ ਤੁਹਾਨੂੰ ਪਤਾ ਹੈ ਬ੍ਰਾਂਡ ਕੋਈ ਹੈਗਾ ਕੁਆਲਿਟੀ ਵਾਈਜ਼ ਹੈ ਨਾ, ਫਿਰ ਉਹ ਚੀਜ਼ ਤੁਹਾਨੂੰ ਨੁਕਸਾਨ ਨਹੀਂ ਕਰੂਗੀ। ਬਾਕੀ ਭਾਅ ਜੀ ਦੇਖੋ ਦੇਸੀ ਖੁਰਾਕ ਹੀ, ਜਿੱਦਾਂ ਹੁਣ ਫਿਰ ਮੈਂ ਆ ਜਾਣਾ, ਮੈਂ ਭਾਅ ਜੀ ਜਿੱਦਣ ਫੁੱਟਬਾਲ ਖੇਡਦਾ ਛੱਡਿਆ ਸੀ, 16 ਸਾਲ ਉਮਰ ਸੀ ਨਾ, ਮੈਂ ਜ਼ਿਆਦਾ ਕਹਿੰਦਾ ਹੁੰਦਾ ਕਿ ਏਜ ਉਹ ਮੈਟਰ ਕਰਦੀ ਆ। ਜੇ ਤੁਸੀਂ ਭਾਰ ਵਧਾਉਣਾ ਆਪਣਾ ਨਾ, ਮੈਂ ਭਾਅ ਜੀ 16 ਸਾਲ ਦਾ ਜਦੋਂ ਛੱਡਿਆ ਅਤੇ ਮੇਰਾ 42 ਕਿਲੋ ਭਾਰ, 45 ਕਿਲੋ ਭਾਰ ਸੀ। ਮੈਂ ਭਾਅ ਜੀ ਉਹਨਾਂ ਨਾਲ ਜਾਣ ਲੱਗਾ, ਜਦੋਂ ਮਿਹਨਤ ਲੱਗਣੀ, ਭੁੱਖ ਬਹੁਤ ਲੱਗਦੀ ਹੁੰਦੀ ਸੀ, ਭੁੱਖ ਲੱਗਣੀ ਆਪੇ ਘਰਦਿਆਂ ਦੇ ਆ ਕੇ ਕਹਿਣਾ ਕਿ ਭਾਈ ਆਹ ਦੋ ਪਨੀਰ ਬਣਾ ਦੇਣਾ, ਫਿਰ ਬਦਾਮ ਪੀ ਲਾ ਪਏ, ਅਤੇ ਕੇਲਿਆਂ ਦਾ ਸ਼ੇਕ ਹੋ ਗਿਆ ਜਾਂ ਇੱਦਾਂ ਜੋ ਵੀ ਮੰਨ ਲਓ ਸੋਨੇ ਨੂੰ ਦੇਸੀ ਮਿਲਦਾ ਖਾਣਾ, ਉਹਦੇ ਨਾਲ ਭਾਅ ਜੀ ਵਜਨ ਬਹੁਤ ਵਧਿਆ ਮੇਰਾ। ਮੈਂ ਹੈ ਨਾ ਇਹ ਚੀਜ਼ ਪਰਤੱਖ ਵੀ ਕੀਤੀ, ਮੰਨ ਲਓ 2-4 ਮੁੰਡੇ ਬਾਅਦ 'ਚ ਜਿਹੜੇ ਲੱਗੇ ਵੀ ਆ, ਜਿਹਨਾਂ ਨੂੰ ਲਾਇਆ। ਮੈਂ ਏਜ ਜ਼ਿਆਦਾ ਕਹਿੰਦਾ ਕਿ ਏਜ ਵੀ ਬਹੁਤ ਮੈਟਰ ਕਰਦੀ ਆ। 21 ਤੱਕ ਬੰਦਾ ਮੰਨ ਲਓ ਵਧੀਆ ਆਪਣੇ 'ਚ ਜਾਨ ਵੀ ਪਾ ਸਕਦਾ, ਵਧੀਆ ਉਹ ਵੀ ਕਰ ਸਕਦਾ। ਇੱਕ ਆਪਣੇ ਰਸੂਲ ਹਮਜ਼ਾ ਤੋਬ ਦੀ ਕਿਤਾਬ ਹੈ ਮੇਰਾ ਦਾਗਿਸਤਾਨ, ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਜੇ ਬੰਦਾ 20 ਸਾਲ ਤੱਕ ਬੰਦੇ ਦੇ ਵਿੱਚ ਜਾਨ ਆ ਜੇ ਤਾਂ ਬਾਅਦ ਵਿੱਚ ਉਡੀਕਣ ਦਾ ਕੋਈ ਫਾਇਦਾ ਨਹੀਂ ਹੈ ਨਾ। ਮੈਨੂੰ ਉਹ ਚੀਜ਼ ਗੱਲ ਇਸ ਕਰਕੇ ਵਧੀਆ ਲੱਗਦੀ, ਗੱਲ ਬਿਲਕੁਲ ਸਹੀ ਆ। ਫਿਰ ਮੰਨ ਲਓ ਜੇ ਬੰਦਾ ਜਿਹੜੀ ਏਜ ਆ ਨਾ ਬਹੁਤ ਮੈਟਰ ਕਰਦੀ। ਜੇ ਆਪਾਂ 16 ਮੰਨ ਲਓ ਪਿੱਛੇ ਤਾਂ ਹੁੰਦਾ ਹੀ ਹੁੰਦਾ, ਜਿਹੜੀ 15, 16, 17, 18, 19, 20 ਤੱਕ ਆ ਨਾ, ਜੇ ਬੰਦਾ ਇਹਦੇ ਵਿੱਚ ਫੁੱਲ ਹਾਰਡ ਵਰਕ ਕਰਦਾ ਆ,
ਵਧੀਆ ਖੁਰਾਕ ਖਾਂਦਾ ਤਾਂ ਭਾਜੀ ਵਜਨ ਵਧੂਗਾ। ਮੈਂ ਇਸ ਚੀਜ਼ ਨੂੰ ਦਾਅਵਾ ਕਹਿੰਦਾ ਵੱਧਦਾ ਜ਼ਰੂਰ। ਕਿਸੇ ਵੇਲੇ ਕੋਈ ਬੰਦੇ ਦੀ ਕੋਈ ਹੋਰ ਪ੍ਰੋਬਲਮ ਹੋ ਸਕਦੀ ਜਾਂ ਝੂਰਨਾ ਜਾਂ ਕੁਝ ਵੀ ਬੰਦਾ ਉਹ ਨਹੀਂ ਤਕੜਾ ਹੋਊਗਾ ਅਲੱਗ ਗੱਲ ਆ, ਅਤੇ ਫਿਰ ਮੰਨ ਲਓ ਬੰਦਾ ਹੋ ਸਕਦਾ ਤਕੜਾ ਨਾ। ਇੱਕ ਭਲਵਾਨ ਜੀ ਇਹ ਦੱਸਿਓ ਵੀ ਇਹ ਮਿੱਥ ਹੀ ਆ ਵੀ ਭਲਵਾਨ ਜਿਹੜੇ ਵੀ ਕੋਈ ਚੰਗਾ ਭਲਵਾਨ ਉਹਦਾ ਭਾਰ ਜ਼ਿਆਦਾ ਹੁੰਦਾ, ਜਾਂ ਜਾਣੀ ਕਿ ਕੁਸ਼ਤੀ ਵਿੱਚ ਕਿਹੜਾ ਭਲਵਾਨ ਕਾਮਯਾਬ ਆ, ਸਕਿੱਲਫੁਲ ਭਲਵਾਨ ਜਾਂ ਜਿਹਦਾ ਭਾਰ ਜ਼ਿਆਦਾ, ਜਾਂ ਕੋਈ ਗਠੀਲਾ, ਕਿੱਦਾਂ ਦਾ ਜੁੱਸਾ ਚਾਹੀਦਾ ਭਲਵਾਨ ਦਾ? ਬਹੁਤ ਸੋਹਣੀ ਗੱਲ ਕੀਤੀ ਭਾਈ, ਕਿਉਂਕਿ ਜਦੋਂ ਆਪਾਂ ਪਿਛਲੀ ਗੱਲ ਕਰਦੇ ਵੀ ਸਾਰਿਆਂ ਸੋਚਣਗੇ ਵੇਟ ਬਹੁਤ ਮੈਟਰ ਕਰਦਾ ਨਾ। ਦੇਖੋ ਜਿਹੜੀ ਦੇਸੀ ਕੁਸ਼ਤੀ ਇਹਦੇ ਵਿੱਚ ਥੋੜ੍ਹਾ ਵੇਟ ਦਾ ਹੋ ਜਾਂਦਾ ਆ। ਆਉਣ ਵਾਲੇ ਮੰਨ ਲਓ ਗੋਂਦਵਾ ਪੂਰਾ ਇੱਕ ਹੁੰਦੀ ਆ ਬੋਰੀ ਉੱਦਾਂ ਭਰ ਦੇਣੀ, ਇੱਕ ਦੇਣੀ ਠੂਸ ਕੇ ਭਰ ਦੇਣੀ, ਉਹ ਹਿਸਾਬ ਹੈ ਕਿ ਬੰਦਾ ਐਨ ਪੂਰਾ ਨਿੱਗਰ ਵਧੀਆ ਭਾਰ ਤਰੀਕੇ ਨਾਲ ਹੋਣਾ ਚਾਹੀਦਾ ਨਾ। ਅਤੇ ਜਿੱਦਾਂ ਹੁਣ ਮੰਨ ਲਓ ਜਿਹੜੀ ਮੈਟ ਵਾਲੀ ਰੈਸਲਿੰਗ ਆ, ਚਲੋ ਆਪਣੇ ਤਾਂ ਹਜੇ ਨਹੀਂ, ਹੌਲੀ ਹੌਲੀ ਆਪਾਂ ਵੀ ਇੱਧਰ ਨੂੰ ਤੋਰਨੇ ਆ, ਜ਼ਿਆਦਾ ਮੈਟ ਵਾਲੀ ਕਰਨੀ ਆ। ਅਤੇ ਜਿਹੜੀ ਮੈਟ ਵਾਲੀ ਉਹਦੇ ਵਿੱਚ ਵਜਨ ਦੇ ਮੁਕਾਬਲੇ ਹੁੰਦੇ ਆਪਣੇ। ਤੁਹਾਨੂੰ ਮਾਣ ਵਾਲੀ ਗੱਲ ਦੱਸਦਾ ਕਿ ਆਪਣੇ ਮੰਨਣ ਨਾਨਾ ਸਾਹਿਬ ਮੈਟ ਦੇ ਦੰਗਲ ਹੁੰਦੇ। ਉਸ ਤੋਂ ਬਾਅਦ ਇੱਕ ਹੁਣ ਨਵਾਂ ਇੱਥੇ ਪਿਰਤ ਪਾਈ ਆਪਣੇ ਹਰਜੀਤ ਭਲਵਾਨ ਜੀ ਆ ਰੈਪਰ ਡੱਬੇ ਤੋਂ ਰੋਸਤਮੈਨ, ਉਹਨਾਂ ਨੇ ਇੱਥੇ 2 ਗੁੱਤਾਂ ਵਾਲੇ ਬਾਬਿਆਂ ਦੇ ਸਾਡੇ ਇਲਾਕੇ ਦੁਆਬੇ ਦੇ ਵਿੱਚ 2 ਟੌਪ ਦੇ ਮੰਨ ਲਓ ਇਹ ਮੈਟ ਦੇ ਦੰਗਲ ਹੁੰਦੇ ਆ ਨਾ ਜੀ। ਅਤੇ ਇਹਦੇ ਵਿੱਚ ਆਪਾਂ ਵਜਨ ਦੇ ਮੁਕਾਬਲੇ ਹੁੰਦੇ, ਤੁਹਾਡਾ ਮੈਟ ਦੇ ਵਿੱਚ ਵਧੀਆ ਲੱਕ ਵਧੀਆ ਤੁਸੀਂ ਹੈਗੇ ਆ, ਤੁਹਾਡਾ ਮੈਡਲ ਆ, ਜਾਂ ਕੋਈ ਸਕੂਲ ਲੈਵਲ 'ਤੇ ਆ, ਜਾਂ ਮੰਨ ਲਓ ਕਾਲਜ ਲੈਵਲ 'ਤੇ ਤੁਸੀਂ ਭਾਗ ਲਓ ਤਾਂ ਵਧੀਆ ਪਲੇਸਮੈਂਟ ਕਰੋਗੇ ਤਾਂ ਵਧੀਆ ਤੁਸੀਂ ਕਰ ਸਕਦੇ ਹੋ। ਉਹਦੇ ਵਿੱਚ ਵੇਟ ਦਾ ਇਹ ਨਹੀਂ ਹੈਗਾ ਜਿੱਦਾਂ ਮੰਨ ਲਓ ਜਿਹੜੀ ਦੇਸੀ ਕੋਚ ਉਹਦੇ ਵਿੱਚ ਜਦੋਂ ਤੁਹਾਨੂੰ ਦੱਸਿਆ ਕਿ ਵੀ ਉਹ ਵਧੀਆ ਨਿੱਗਰ ਭਾਰ ਹੈਗਾ, ਉਹਦੇ 'ਚ ਤੁਹਾਡੇ ਵਰਤੋਂ 'ਚ ਆ ਜਾਂਦਾ ਹੈ ਨਾ। ਇਹ ਚੀਜ਼ ਨੂੰ ਕਰਦੇ ਸੀ ਵੇਟ, ਕਿਉਂਕਿ ਅੱਜ ਕੱਲ੍ਹ ਦੇ ਮੁੰਡਿਆਂ ਦੇ ਇੱਕੋ ਹੀ ਪ੍ਰੋਬਲਮ ਹੈ, ਜਦੋਂ ਆਪਣੇ ਕੋਲ ਕਿ ਭਾਜੀ ਭਾਰ ਨਹੀਂ ਵੱਧਦਾ, ਭਾਜੀ ਆਇਆ ਨਹੀਂ ਹੁੰਦਾ ਨਾ। ਮੈਂ ਉਹ ਤਾਂ ਦੱਸਦਾ ਵੀ ਇਹ ਭਾਰ ਵਧਾਉਣਾ ਵੀ ਇਹ 'ਚ ਟੈਨਸ਼ਨ ਨਹੀਂ ਲੈਣੀ ਚਾਹੀਦੀ। ਹਰ ਇੱਕ ਚੀਜ਼ ਮਾਈਂਡ ਫਰੀ ਹੋ ਕੇ ਖਾਓ, ਆਪਣੀ ਹੱਥੀਂ ਤਿਆਰ ਕਰੋ, ਘਰਦਿਆਂ ਦੇ ਹੱਥੀਂ ਤਿਆਰ ਕਰਕੇ ਖਾਓ। ਕੋਈ ਚੀਜ਼ ਮਾੜੀ ਨਹੀਂ ਜਿਹੜੀ ਮਿਲਦੀ ਹੈ ਨਾ ਦੇਸੀ ਮੰਨ ਲਓ। ਹਾਂਜੀ, ਜਿੱਦਾਂ ਭਲਵਾਨ ਜੀ ਤੁਹਾਨੂੰ ਪਤਾ ਵੀ ਆਪਾਂ ਮਾਲਪੁਰ ਦੇ ਨੇੜੇ ਜਾਣੀ ਕਿ ਤੁਸੀਂ ਭਾਲਟੇ ਪਿੰਡ 'ਚ ਅਖਾੜਾ ਖੋਲ੍ਹਿਆ ਆ, ਇਹਨੂੰ ਫੁੱਟਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਆ। ਜਾਣੀ ਕਿ ਇੱਥੇ ਫੁੱਟਬਾਲ ਦੇ ਕੰਪੀਟੀਸ਼ਨ ਤਾਂ ਬਹੁਤ ਹੁੰਦੇ ਆ। ਕੀ ਇੱਥੇ ਜਿਹੜੀਆਂ ਦੇਸੀ ਛਿੰਝਾਂ ਜਾਣੀ ਕਿ ਮਿੱਟੀ ਵਾਲੀਆਂ ਛਿੰਝਾਂ ਆ, ਇਹ ਵੀ ਹੈਗੀਆਂ ਆਪਣੇ ਇਲਾਕੇ ਦੇ ਵਿੱਚ, ਜਾਂ ਹਜੇ ਵੀ ਉਧਰਲੇ ਪਾਸੇ ਮਾਝੇ ਮਾਲਵੇ ਵੱਲੋਂ ਹੀ ਆ ਇਹਨਾਂ ਦਾ ਪੂਰਾ ਜੀ? ਭਾਈ ਦੇਖੋ ਜਿਹੜਾ ਦੁਆਬਾ ਏਰੀਆ ਨਾ ਆਪਣਾ, ਇਹ ਛਿੰਝਾਂ ਦਾ ਗੜ੍ਹ ਮੰਨਿਆ ਗਿਆ। ਇਹ ਚਲੋ ਮਾਝੇ ਮਾਲਵੇ 'ਚ ਵੀ ਬਹੁਤ ਹੁੰਦੀਆਂ, ਮਾਲਵੇ 'ਚ ਇੱਧਰ ਆਪਣੇ ਵਾਲੀ ਸਾਈਡ ਨੂੰ ਹੋ ਜਾਂਦੀਆਂ, ਲੁਧਿਆਣਾ ਏਰੀਆ ਹੋਇਆ ਜਾਂ ਮੰਨ ਲਓ ਸੰਗਰੂਰ ਸਾਈਡ ਨੂੰ, ਪਰ ਮਾਝੇ 'ਚ ਵੀ ਹੁੰਦੀਆਂ। ਜਿਹੜਾ ਦੁਆਬਾ ਆਪਣਾ ਏਰੀਆ ਨਾ ਭਾਜੀ, ਇਹ ਤਾਂ ਛਿੰਝਾਂ ਦਾ ਗੜ੍ਹ ਵਾ। ਹੁਣ ਗੁੱਗਾ ਨੌਮੀ ਸਟਾਰਟ ਹੋ ਜਾਣੀ ਮੋਹਰੇ, ਤੁਸੀਂ ਹਿਸਾਬ ਲਾ ਲਓ ਕਿ ਇੱਕ ਦਿਨ ਦੇ ਵਿੱਚ 5-5 6-6 ਛਿੰਝਾਂ ਵੀ ਹੋਣੀਆਂ ਆਪਣੇ ਇਲਾਕੇ ਦੀਆਂ ਭਾਜੀ। ਮਸ਼ਹੂਰ ਛਿੰਝਾਂ ਤੁਹਾਨੂੰ ਪਤਾ ਹੀ, ਜਿੱਦਾਂ ਕੁੱਕੜਾਂ ਦੀ ਹੋ ਗਈ, ਉਸ ਤੋਂ ਬਾਅਦ ਜੈਤਪੁਰ ਭੂਨੋ, ਇਹ ਬਹੁਤ ਪੁਰਾਣੀਆਂ ਛਿੰਝਾਂ। ਬੁਗਰਾ ਪਿੰਡ ਹੋ ਗਿਆ ਆਪਣੇ, ਹੁਣ ਸਾਡੇ ਪਿੰਡ ਸਕਰੂਲੀ ਅਸੀਂ 2014 ਤੋਂ ਸ਼ੁਰੂ ਕੀਤੀ ਸੀ, ਉੱਪਰ ਨੂੰ ਹੌਲੀ ਹੌਲੀ ਹੈ ਨਾ। ਇਹ ਹੁਣ ਆਪਾਂ ਗਾਂਹ ਇੱਥੇ ਵੀ ਆਪਣੇ ਵੀ ਜ਼ਿਕਰ ਜ਼ਰੂਰ ਭਾਲਟੇ 'ਚ ਵੀ ਇੱਕ ਅੱਧੀ ਮੰਨ ਲਓ ਸੋਚਿਆ ਆ ਵੀ ਜਿੱਦਾਂ ਮੰਨ ਲਓ ਕਰਾਵਾਂਗੇ ਹੈ ਨਾ। ਅਤੇ ਬਹੁਤ ਛਿੰਝਾਂ ਆ ਭਾਜੀ। ਹੋਰ ਹੁਸ਼ਿਆਰਪੁਰ ਦੰਗਲ ਬਹੁਤ ਤਕੜਾ ਹੁੰਦਾ ਆਪਣੇ, ਹੋਰ ਬਹੁਤ ਆ ਦੁਆਬੇ ਦੇ ਵਿੱਚ ਭਾਈ ਛਿੰਝਾਂ ਦਾ ਗੜ੍ਹ। ਇਸੇ ਕਰਕੇ ਮੈਂ ਕਹਿੰਦਾ ਨਿਆਣੇ ਕਰੂਗੇ ਮੰਨ ਲਓ ਛਿੰਝਾਂ 'ਤੇ ਵੀ ਜਾਊਗੇ, ਇਹਨਾਂ ਨੂੰ ਤਾਂ ਹੀ ਮੋਹ ਮੁਹੱਬਤ ਪੈਣੀ ਆ। ਕੋਈ ਤੀਏ ਸਾਲ ਕਰਾਉਂਦਾ, ਕੋਈ ਦੂਏ ਸਾਲ ਕਰਾਉਂਦਾ, ਮੰਨ ਲਓ ਹੁੰਦੀਆਂ ਆਪਣੇ ਬਹੁਤ ਹੁੰਦੀਆਂ, ਕਿਉਂਕਿ NRI ਆਪਣੇ ਜਿਹੜੇ ਆ ਬਹੁਤ ਸਹਿਯੋਗ ਕਰਦੇ ਆ। ਤੁਸੀਂ ਸੋਚ ਤੋਂ ਪਰੇ ਇਨਾਮ ਮਿਲ ਰਿਹਾ ਇਸ ਵੇਲੇ ਛਿੰਝਾਂ ਦੇ ਵਿੱਚ। ਉਹ ਵਾਲੀ ਭਲਵਾਨੀ ਨਹੀਂ ਰਹੀ, ਕੁਸ਼ਤੀਆਂ ਨਹੀਂ ਰਹੀਆਂ ਕਿ ਤੁਸੀਂ ਮੰਨ ਲਓ ਘੱਟ ਪੈਸੇ ਦੇ ਘੁਲੇ ਆਉਣਾ। ਹੁਣ ਤਾਂ ਭਾਜੀ ਟਰੈਕਟਰਾਂ 'ਤੇ ਗੱਲਾਂ ਗਈਆਂ, ਠਾਰ ਗੱਡੀਆਂ 'ਤੇ ਚੱਲ ਗਈਆਂ, ਮੰਨ ਲਓ ਬਹੁਤ ਇਨਾਮ ਮਿਲ ਰਹੇ ਆ, ਕੜੇ ਮੁੰਦੀਆਂ, ਜੋ ਤੁਸੀਂ ਸੋਚੋਗੇ ਵੱਧ ਇਨਾਮ ਮਿਲਦੇ ਆ ਹੈ ਨਾ। ਬਸ ਬੰਦਾ ਆਪਦੀ ਜੋੜ ਦੇ ਵਿੱਚ ਹੌਲੀ ਹੌਲੀ ਪੈਰ ਧਰਦਾ ਜਾਏ, ਤਕੜਾ ਹੁੰਦਾ ਜਾਏ, ਸਾਰਾ ਕੁਛ ਪਰਮਾਤਮਾ ਮਿਹਨਤ ਨੂੰ ਫੜ ਲਾਉਂਦਾ ਹੈ ਨਾ। ਹਾਂਜੀ, ਜਿੱਦਾਂ ਭਲਵਾਨ ਜੀ ਇੱਕ ਕੀ ਕਹਿਣਾ ਚਾਹੁੰਦੇ ਆ ਆਉਣ ਵਾਲੀ ਪੀੜ੍ਹੀ ਲਈ, ਕੀ ਸੁਨੇਹਾ ਆ? ਜਿੱਦਾਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਖਾੜਿਆਂ ਦੇ ਨਾਲ ਜੁੜਨਾ ਚਾਹੀਦਾ, ਫੁੱਟਬਾਲ ਖੇਡਣਾ, ਜਾਂ ਕਿਸੇ ਵੀ ਸਪੋਰਟਸ ਦੇ ਨਾਲ, ਕਿਸੇ ਵੀ ਖੇਡ ਦੇ ਨਾਲ ਜੁੜਨਾ ਚਾਹੀਦਾ ਆ? ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਆਪਣੇ ਬੱਚਿਆਂ ਨੂੰ, ਤੇ ਹੋਰ ਜਿਹੜੇ ਦਰਸ਼ਕ ਸਾਨੂੰ ਦੇਖਣਦੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਭਾਅ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਦੌਰ ਇਹੋ ਜਿਹਾ ਚੱਲਦਾ ਪਿਆ, ਆਪਾਂ ਨੂੰ ਬਹੁਤ ਜ਼ਰੂਰੀ ਆ ਹਰੇਕ ਬੱਚੇ ਨੂੰ। ਜਿੱਦਾਂ ਆਪਾਂ ਸਕੂਲ ਭੇਜਦੇ ਹਾਂ ਸ਼ਾਮ ਨੂੰ ਭਾਈ, ਜਾਂ ਤਾਂ ਤੁਹਾਡੇ ਕੋਲ ਟਾਈਮ ਹੁੰਦਾ ਨਾਲ ਆ ਕੇ ਗਰਾਊਂਡ ਦੇ ਨਾਲ ਜੁੜੋ। ਫੁੱਟਬਾਲ ਹੋ ਗਈ, ਕੁਸ਼ਤੀ, ਰੈਸਲਿੰਗ ਅਕੈਡਮੀ ਹੋ ਗਈ, ਜਾਂ ਮੰਨ ਲਓ ਕੋਈ ਵੀ ਜਿਹੜਾ ਤੁਹਾਨੂੰ ਹੈਗਾ ਇਲਾਕੇ ਦੇ ਵਿੱਚ, ਉਹਦੇ ਨਾਲ ਜ਼ਰੂਰ ਜੋੜੋ। ਜ਼ਰੂਰੀ ਨਹੀਂ ਹੁੰਦਾ ਕਿ 16 ਦੇ 16 ਪਲੇਅਰ ਖੇਡਦੇ ਸਾਰੇ ਸਟਾਰ ਬਣ ਜਾਂਦੇ ਆ। ਇੱਕ ਮੰਨ ਲਓ ਹੁਣ ਮੈਂ ਹੀ ਹਾਂ, ਮੈਂ ਕਿੱਡਾ ਕੁ ਭਾਈ, ਮੈਂ ਆਪਣਿਆਂ ਨੂੰ ਕੁਛ ਨਹੀਂ ਮੰਨਦਾ, ਕੱਖ ਵੀ ਨਹੀਂ ਅਸੀਂ ਹੈ ਨਾ। ਪਰ ਮੈਂ ਇੱਕ ਗੱਲ ਦੇ ਵਿੱਚ ਬਹੁਤ ਹੈਪੀ ਹਾਂ ਕਿ ਮੈਂ ਮੰਨ ਲਓ ਇੱਕ ਜਿਹੜਾ ਮੇਰਾ ਪੱਲਾ ਆ ਉਹ ਚੰਗੇ ਪਾਸੇ ਵੱਲ ਨੂੰ ਹੀ ਰਿਹਾ। ਇਹ ਚੀਜ਼ ਨੂੰ ਮੰਨ ਲਓ ਕਹਿ ਸਕਦਾ ਕਿ ਮੈਂ ਕੋਈ ਮੰਨ ਲਓ ਡਰੱਗ ਜਿਹੜੀ ਮੰਨ ਲਓ ਬਹੁਤ ਵੱਡੀ ਪ੍ਰੋਬਲਮ ਆ, ਆਪਾਂ ਉੱਧਰ ਨੂੰ ਕਦੇ ਮੂੰਹ ਨਹੀਂ ਕੀਤਾ। ਹਾਲਾਂਕਿ ਜੇ ਕੋਈ ਕਰਦਾ ਆਪਣਾ ਭਾਈ, ਉਹਨੂੰ ਗੁੱਟ ਤੋਂ ਫੜ ਕੇ ਲੈ ਕੇ ਆਏ ਹੋਣਗੇ, ਸਮਝਾਇਆ ਹੋਊਗਾ ਕਿ ਭਾਈ ਕੁਛ ਨਹੀਂ ਰੱਖਿਆ ਇਹਨਾਂ ਚੀਜ਼ਾਂ 'ਚ ਨਾ। ਅਤੇ ਬੱਚਾ ਤੁਹਾਡਾ ਇਹਨਾਂ ਚੀਜ਼ਾਂ ਤੋਂ, ਨਸ਼ਿਆਂ ਤੋਂ ਬਚ ਜਾਊਗਾ। ਬਾਈ ਬਹੁਤ ਭੈੜਾ ਦੌਰ ਚੱਲਦਾ ਪਿਆ, ਫੋਨਾਂ ਦਾ ਦੌਰ, ਸਭ ਤੋਂ ਖਤਰਨਾਕ ਗੇਮਾਂ ਖੇਡ ਰਹੇ ਬੱਚੇ। ਫੋਨ 'ਤੇ ਗੇਮ ਜਿਹੜੀ ਖੇਡਣੀ, ਉਹਨੂੰ ਇੱਥੇ ਗਰਾਊਂਡ 'ਚ ਲੈ ਕੇ ਆਓ। ਜੇ ਤੁਸੀਂ ਲੈ ਕੇ ਆਓਗੇ ਤਾਂ ਹੀ ਉਹ ਇੱਕ ਨਾ ਇੱਕ ਦਿਨ ਆਊਗਾ। ਇਹ ਤੁਹਾਨੂੰ ਡੰਡਾ ਪਿੱਛੇ ਭਾਈ ਨਰੋਆ ਕਰਨਾ ਪੈਣਾ। ਬਾਕੀ ਤੁਸੀਂ ਗੱਲ ਕੀਤੀ ਸੀ, ਮੈਂ ਇੱਕ ਗੱਲ ਕਰਨੀ ਚਾਹੁੰਦਾ ਭਾਈ, ਆਪਣੇ ਖਾੜੇ 'ਚ ਜਿਹੜੇ ਸਹਿਯੋਗ ਦੇ ਰਹੇ ਆ ਬੰਦੇ ਹੈ ਨਾ। ਹਾਂਜੀ ਹਾਂਜੀ, ਇਹ ਚਲੋ ਇਹ ਵੀ ਪੁੱਛ ਲੈਂਦੇ ਆ ਵੀ ਤੁਹਾਨੂੰ ਇੱਥੇ ਕਿਹਨੇ ਸਹਿਯੋਗ ਦਿੱਤਾ? ਕਿਉਂਕਿ ਜੋ ਕੋਈ ਵੀ ਕੰਮ ਸਟਾਰਟ ਕਰੀਏ, ਉਹ ਜਾਣੀ ਕਿ ਫਾਈਨੈਂਸ਼ਲੀ ਤੌਰ 'ਤੇ ਕੋਈ ਨਾ ਕੋਈ ਸਪੋਰਟਰ ਜ਼ਰੂਰ ਹੁੰਦਾ ਹੈ। ਤੁਸੀਂ ਕਿਸੇ ਸਪੈਸ਼ਲ ਪਰਸਨ ਦਾ ਨਾਂ ਲੈਣਾ ਚਾਹੁੰਦੇ ਆ?
ਸਪੈਸ਼ਲ ਪਰਸਨ ਭਾਜੀ ਇੱਦਾਂ ਆ, ਮੈਂ ਦੇਖੋ ਤੁਹਾਨੂੰ ਦੱਸਦਾ, ਇੱਕ ਜਿਹੜੀ ਬੰਦੇ ਦੀ ਆਪਣੀ ਸਾਂਝ ਹੁੰਦੀ ਨਾ, ਮੈਨੂੰ ਸ਼ੁਰੂ ਤੋਂ ਹੀ ਜਿੰਨੇ ਆਪਣੇ ਭਾਲਟੇ ਤੋਂ ਜ਼ਿਆਦਾ ਮੈਂ ਤੇ ਉੱਠਦਾ ਪਹਿਲਾਂ ਇੱਥੋਂ ਮੇਰੇ ਮਿੱਤਰ ਆ ਜਿੱਦਾਂ ਮੰਨ ਲਓ, ਉਹ ਉਹਨਾਂ ਨੇ ਮੈਨੂੰ ਕਦੇ ਮੰਨ ਲਓ ਕਿਸੇ ਚੀਜ਼ ਤੋਂ ਰੱਖਿਆ ਨਹੀਂ, ਕਿ ਚਾਹੇ ਕਿਸੇ ਵੀ ਮੰਨ ਲਓ ਮੇਲੇ ਤੇ ਜਾ ਕੇ ਨਾ ਕਿਸੇ ਦੇ ਜਿੱਦਾਂ ਸ਼ੈਂਤੇ ਕਰਨਾ ਹੋਵੇ ਸਨਮਾਨ, ਪਹਿਲੇ ਨੰਬਰ ਤੇ ਭਾਜੀ ਆਪਣਾ ਨਾਣਾ ਭਾਜੀ ਹੋ ਗਿਆ ਜਿੱਦਾਂ, ਉਸ ਤੋਂ ਬਾਅਦ ਰੰਮੀ ਭਾਜੀ ਹੋ ਗਿਆ, ਸੋਨੂ ਭਾਜੀ ਨਾਣੇ ਦਾ ਵੀਰਾ ਆ ਨਾ ਭਾਲਟੇ ਤੋਂ, ਇਹਨੇ ਮੈਨੂੰ ਕਦੇ ਨਹੀਂ ਇੱਦਾਂ ਮਤਲਬ ਪਿੱਛੇ ਰੱਖਿਆ ਕਿ ਭਾਵੇਂ ਇੱਥੇ ਵੀ ਮੈਂ ਤੁਹਾਨੂੰ ਦੱਸਦਾ, ਹੁਣ ਅਸੀਂ 25-26 ਹਜ਼ਾਰ ਦਾ ਨਾਣੇ ਵੀਰ ਨੇ ਪੈਸੇ ਭੇਜੇ ਸੀ, ਉਹ ਸਮਾਨ ਬਣਾ ਕੇ ਆਂਦਾ, ਬੈਂਚ ਵਾ ਅਤੇ ਕੁਛ ਵੇਟ ਵਾ ਹੈ ਨਾ, ਕਿਉਂਕਿ ਥੋੜ੍ਹੀ ਲੋੜ ਆ ਹੁਣ ਵੇਟ ਦੀ ਵੀ ਬੱਚੇ ਲਈ, ਬਾਕੀ ਉਹਨੇ ਇਹ ਭੇਜਿਆ ਮੈਟ ਵਿਛਾਣੇ ਅੰਦਰ। ਉਸ ਤੋਂ ਬਾਅਦ ਖਾੜੇ ਲਿਆ, ਆ ਤੁਸੀਂ ਪਿੱਛੇ ਦੇਖਦੇ ਜੁਗਾੜ ਲਾਇਆ ਸੀ, ਇਹਦਾ ਰੰਮੀ ਭਾਜੀ ਨੇ ਆਪਣੇ ਭਲਵਾਨ ਨੇ ਕਈ ਬਣਾ ਕੇ ਜਿੱਦਾਂ ਸਾਰੇ ਸਮਾਨ ਲਈ, ਮੈਨੂੰ ਕਦੇ ਇਹ ਨਹੀਂ ਲੋੜ ਨਹੀਂ ਪਈ ਕਿ ਮੈਂ ਕੋਲੋਂ ਆਪਣੇ ਉਹ ਕਰਾਂ, ਪਰ ਆਪਣੇ ਕੋਲੋਂ ਵੀ ਚਲੋ ਪਰਮਾਤਮਾ ਜੋ ਕਰਵਾਉਂਦਾ ਆਪਾਂ ਨੂੰ ਦੱਸਣ ਦੀ ਲੋੜ ਨਹੀਂ, ਬਹੁਤ ਕੁਛ ਕਰਵਾ ਦਿੰਦਾ ਆਪੇ, ਜਿੱਥੇ ਸੇਵਾ ਲਿਖੀ ਹੋ ਜਾਂਦੀ ਆ। ਅਤੇ ਮੰਨ ਲਓ ਇਹਨਾਂ ਬੰਦਿਆਂ ਨੇ ਮੈਨੂੰ ਬਹੁਤ ਜ਼ਿਆਦਾ ਭਾਲਟੇ ਪਿੰਡ ਤੋਂ ਸਹਿਯੋਗ ਆ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ, ਜਦੋਂ ਇੱਕ ਤੁਹਾਨੂੰ ਦੱਸਿਆ ਕਿ ਖੁਰਾਕ ਦੇਈਦੀ ਆ, ਜਦੋਂ ਕਿਸੇ ਦਾ ਦਿਲ ਕਰਦਾ, ਹੁਣ ਪਾਲਦੀ ਪਿੰਡ ਤੋਂ ਹਰਮੀਤ ਮੁੰਡਾ ਆਪਣਾ ਵੀਰਾ, ਉਹਨੂੰ ਕਿਸੇ ਨੇ ਕਿਹਾ ਸੀ ਅਤੇ ਉਹ 5000 ਦੀਆਂ ਗਿਰੀਆਂ ਇੱਥੇ ਨਿਆਣਿਆਂ ਨੂੰ ਦੇ ਕੇ ਗਿਆ ਨਾ, ਉਹ ਕਿਹੜਾ ਹੀ ਨਹੀਂ ਪੀਣੀਆਂ, ਹਫ਼ਤੇ 'ਚ ਪੀ ਲੈਣ, 2 ਹਫ਼ਤੇ 3 'ਚ ਪੀ ਲੈਣ। ਯਾਨੀ ਕਿ ਤੁਸੀਂ ਇਹ ਕਹਿੰਦੇ ਵੀ ਭਾਲਟੇ ਪਿੰਡ ਦੇ ਨਾਲ ਸਾਰੇ ਇਲਾਕੇ ਦਾ ਸਹਿਯੋਗ ਤੁਹਾਨੂੰ ਮਿਲਦਾ ਆ। ਸਹਿਯੋਗ ਆ ਭਾਜੀ, ਬਿਲਕੁਲ ਇਲਾਕੇ ਦਾ ਸਹਿਯੋਗ ਆ। ਦੇਖੋ ਸਹਿਯੋਗ ਨਾਲ ਹੀ ਇਹ ਚੱਲਦੇ ਹੁੰਦੇ ਕੋਈ ਵੀ ਕੰਮ ਆ। ਅੱਜ ਸਵੇਰੇ ਅਸੀਂ ਇੱਥੇ ਕਰਦੇ ਪਏ ਸੀ, ਤਾਂ ਇੱਥੇ ਕੋਈ ਕਲੱਬ ਵਾਲੇ ਬੱਚਿਆਂ ਨੇ ਕੋਈ ਖੇਡਣ ਆਉਣਾ, ਤਾਂ ਉਹਨੇ ਸਪੈਸ਼ਲ ਮੀਟਿੰਗ ਕੀਤੀ। ਮੈਂ ਇਹੀ ਸੋਚਦਾ ਪਿਆ ਸੀ ਬੈਠਾ, ਮੈਂ ਕਿਹਾ ਵੀ ਸਹਿਯੋਗ ਤੋਂ ਬਿਨਾਂ ਕਦੇ ਮੰਨ ਲਓ ਕੰਮ ਨਹੀਂ ਚੱਲਦਾ। ਮੈਂ ਚਲੋ ਹੁਣ ਤੁਹਾਨੂੰ ਦੱਸਦਾ ਕਿ ਮੈਂ ਵੀ ਚੱਲ ਫਲੈਟਾਂ ਖੁੱਲ੍ਹ ਗਈਆਂ, ਚੱਲ ਜਾਣਾ। ਆਪਣੇ ਭਲਵਾਨ ਜੀ ਆ ਇੱਥੋਂ ਪਥਰਾਲੇ ਤੋਂ, ਇਹ ਪੁਰਾਣੇ ਭਲਵਾਨ ਆ ਬਹੁਤ। ਹਾਂਜੀ ਭਲਵਾਨ ਜੀ, ਜਿੱਦਾਂ ਮੇਰਾ ਇੱਕ ਸਵਾਲ ਸੀਗਾ ਵੀ ਜਿੱਦਾਂ ਤੁਸੀਂ ਚਲੇ ਜਾਂਦੇ ਸੀ, ਆ ਜਾਂਦੇ ਆ, ਕਿਉਂਕਿ ਤੁਸੀਂ ਵੀ ਆਪਣੀ ਰੋਜੀ ਰੋਟੀ ਕਮਾਉਣ ਲਈ, ਜਾਣੀ ਕਿ ਤੁਹਾਡਾ ਆਪਣਾ ਟਰਾਂਸਪੋਰਟ ਦਾ ਕੰਮ ਉੱਧਰ ਦੁਬਈ ਦੇ ਵਿੱਚ। ਹੁਣ ਜਦੋਂ ਤੁਸੀਂ ਇੱਥੋਂ ਚਲੇ ਗਏ ਤਾਂ ਕੀ ਇਹ ਅਖਾੜਾ ਨਿਰੰਤਰ ਚੱਲਦਾ ਰਹੂਗਾ, ਅਤੇ ਕਿਸ ਨੂੰ ਇਹਦੀ ਜਾਣੀ ਕਿ ਬਾਗਡੋਰ ਜਾਂ ਕੋਈ ਵੀ ਇੱਥੇ ਕਿਹੜਾ ਜ਼ੋਰ ਕਰਾਊਗਾ, ਕਿਹਨੂੰ ਤੁਸੀਂ ਇਹ ਸਪੁਰਦ ਕਰਕੇ ਜਾਓਗੇ ਇਹ ਅਖਾੜਾ? ਭਲਵਾਨ ਜੀ ਦੇਖੋ, ਅੱਗੇ ਜਦੋਂ ਹੈ ਨਾ ਸ਼ੁਰੂ ਕੀਤਾ ਸੀ, ਤੁਹਾਨੂੰ ਮੈਂ ਦੱਸਦਾ, ਉਦੋਂ ਮੰਨ ਲਓ 6 ਤੋਂ ਮਹੀਨਾ ਪਹਿਲਾਂ, ਜਿੱਦਾਂ ਹੁਣ ਗੁੱਗਾ ਨਵਮੀ ਆਉਣ ਵਾਲੀ, ਉਦੋਂ ਬਾਹਰਲੇ ਭਲਵਾਨ ਆਪਾਂ ਮੁੰਡੇ ਆਪਣੇ ਯਾਰ ਦੋਸਤ ਰੱਖ ਲਓ ਜਾਂ ਕਿੱਦਾਂ, ਇੱਥੇ ਜ਼ੋਰ ਕਰ ਲੈਂਦੇ ਸੀ, ਕੁਸ਼ਤੀਆਂ ਕਰਵਾ ਦਈਦੀਆਂ ਸੀ ਹੈ ਨਾ। ਚਲੋ ਜਿੱਥੇ ਆਪਣੇ ਸੱਜਣ ਮਿੱਤਰ ਕੋਈ ਹੁੰਦੇ ਕਹਿ ਦਈਦਾ ਵੀ ਭਾਈ ਮੁੰਡਾ ਘੋੜਨੇ ਵਾਲਾ। ਹੁਣ ਜਿਹੜਾ ਮੇਨ ਮੇਰਾ ਸੀਗਾ ਆਪਣਾ ਸਰ ਭਲਵਾਨ ਵੀਰੇ ਦਾ ਹੋ ਗਿਆ, ਆਪਣਾ ਹੋ ਗਿਆ, ਇਹ ਮੋਟਿਵ ਸੀਗਾ ਕਿ ਆਪਾਂ ਆਪਣੇ ਇਲਾਕੇ ਦੇ ਨਿਆਣਿਆਂ ਨੂੰ ਪਹਿਲਾਂ ਤਾਂ ਪਹਿਲ ਕੀਤੀ ਹੈ। ਜਿੱਦਾਂ ਤੁਹਾਨੂੰ ਦੱਸਿਆ ਕਿ ਸਕਰੂਲੀ ਤੋਂ ਨਿਆਣਿਆਂ ਦੇ, ਭਾਲਟੇ ਤੋਂ ਆਉਂਦੇ, ਖੇੜੇ ਤੋਂ, ਗਣੇਸ਼ਪੁਰ ਤੋਂ ਆ ਮੁੰਡੇ, ਗੁਲਾਬ ਹੋਣੀ ਭਲਵਾਨ ਹੋਣੀ ਇੱਧਰੋਂ ਵੱਲੂਵਾਲ ਤੋਂ ਆਉਂਦੇ ਆ, ਅਤੇ ਹੋਰ ਬਾੜੀਆਂ ਤੋਂ ਆਉਂਦੇ ਬੱਚੇ। ਮੇਨ ਗੱਲ ਇਹ ਹੈ ਕਿ ਇਹਨਾਂ ਨੂੰ ਇੱਥੇ ਜੋੜਨਾ, ਇਹ ਹੁਣ ਜੁੜੇ ਆ, ਇਹਨਾਂ ਨੂੰ ਮੈਂ ਤਾਂ ਨਹੀਂ ਆਪਾਂ ਛੱਡਦੇ। ਆਪਾਂ ਹੁਣ ਸਪੈਸ਼ਲ ਇਹੀ ਕਹਿੰਦੇ ਹਾਂ ਵੀ ਜਿੱਦਾਂ ਆ ਸਾਡੇ ਲਾਗੇ ਪਿੰਡ ਆ ਪਥਰਾਲਾ, ਇੱਥੋਂ ਪਾਂਡੂ ਭਲਵਾਨ ਜੀ ਹੋਏ, ਬਹੁਤ ਵਧੀਆ ਭਲਵਾਨ ਹੋਏ ਆਪਣੇ ਸਮੇਂ 'ਚ। ਆਪਣੇ ਸ਼ਿੰਦਾ ਭਲਵਾਨ ਜੀ ਮੀਆਂ ਵਿੰਡੇ ਵਾਲੇ ਹੁੰਦੇ ਸੀ, ਦਰਸ਼ਨ ਭਲਵਾਨ ਜੀ ਲੱਖਣ ਕੇ ਪੱਡਾ, ਉਹਨਾਂ ਨਾਲ ਇਹਨਾਂ ਦੀ ਸਾਂਝ ਵੀ ਸੀ, ਕੁਸ਼ਤੀਆਂ ਵੀ ਹੋਈਆਂ ਵਧੀਆ, ਜਾਣੀ ਕਿ ਭਲਵਾਨ ਰਹੇ ਆਪਣੇ ਸਮੇਂ ਦੇ ਪਾਂਡੂ ਭਲਵਾਨ ਜੀ ਪਥਰਾਲੇ ਤੋਂ। ਮੈਂ ਸੋਚਦਾ ਸੀ ਵੀ ਇਹਨਾਂ ਨੂੰ, ਇਹ ਵੀ ਇੱਥੇ ਰਹਿੰਦੇ ਆ, ਇਹਨਾਂ ਨੂੰ ਨਾਲ ਇਹਨਾਂ ਦੇ ਜੋੜਾਂ, ਜਿੱਦਾਂ ਵੀ ਸਾਡੇ ਕੋਲ ਹੈਲਪ ਹੋਈ, ਰੰਮੀ ਵੀਰੇ ਦੀ ਹੋਈ, ਮੇਰੀ ਹੋਈ, ਆਪਾਂ ਇਹਨਾਂ ਨੂੰ ਹੈਲਪ ਕਰਕੇ ਇੱਥੇ ਪੱਕੇ ਰੱਖਣਾ ਕਿ ਨਿਆਣਿਆਂ ਦੀ ਪਿੱਛੇ ਦੇਖ ਰੇਖ ਕਰਿਆ ਕਰੂਗੇ। ਫਿਰ ਨਿਆਣੇ ਜ਼ਰੂਰ ਹੁਣ ਨਹੀਂ ਭਾਜੀ ਉਹ ਕੰਮ ਕਰਨਾ ਕਿ ਮੰਨ ਲਓ 6 ਮਹੀਨੇ ਬਾਅਦ ਚੱਲ ਗਏ, ਹੁਣ ਪੱਕਾ ਚੱਲਦਾ ਰੱਖਣਾ। ਅਤੇ ਬਾਕੀ ਮੈਂ ਤੁਹਾਨੂੰ ਦੱਸ ਦਿੰਦਾ ਭਾਜੀ, ਜਿੱਦਾਂ ਮੰਨ ਲਓ ਤੁਹਾਨੂੰ ਪਹਿਲਾਂ ਸਹਿਯੋਗ ਦੀ ਗੱਲ ਕੀਤੀ ਹੈ ਨਾ, ਅਤੇ NRI ਵੀਰ ਆ ਕੋਈ ਆਪਣੇ ਭਾਲਟੇ ਤੋਂ, ਉਹਨੇ 8,000 ਦੀ ਮਿੱਟੀ ਸਾਨੂੰ ਸਪੈਸ਼ਲ, ਮੋਟੀ ਮਿੱਟੀ ਦੀ ਲੋੜ ਸੀ, ਰੇਤਾ ਸੀਗਾ ਥੱਲੇ, ਮਿੱਟੀ ਸਟਾਈ ਹੈ ਨਾ। ਹੁਣ ਮੈਂ ਤੁਹਾਨੂੰ ਦੱਸਦਾ ਭਾਜੀ, ਇੱਕ ਜਿਹੜੀ ਮਤਲਬ ਮੇਨ ਆ ਸਾਡੀ ਹੈਲਪ ਆ, ਉਹ ਇਹ ਆ ਕਿ ਆਪਾਂ ਇੱਥੇ ਸ਼ੈੱਡ ਪਾਉਣੀ ਆ ਨਾ ਖੜ੍ਹ ਦੇ ਉੱਪਰ। ਉਹ ਇਹ ਆ ਫਿਰ ਇਹਦੀ ਪ੍ਰੋਬਲਮ ਇਹ ਆ ਕਿ ਹੁਣ ਜਿੱਦਾਂ ਭਾਜੀ ਮੀਂਹ ਪੈਂਦਾ, ਮਿੱਟੀ ਨਿਕਲ ਜਾਂਦੀ। ਹਜੇ ਤਾਂ ਇਹਦੇ ਵਿੱਚ ਅਸੀਂ ਘੱਟੋ ਘੱਟ 15,000 ਦਾ ਸਮਾਨ ਵਿੱਚ ਹੋਰ ਪਾਉਣਾ ਖੜ੍ਹ ਦੇ, ਹਲਦੀ ਹੋ ਗਈ, ਤੇਲ ਹੋ ਗਿਆ, ਬੂਰਾ ਹੋ ਗਿਆ, ਹੋਰ ਕਈ ਚੀਜ਼ਾਂ ਮਿਕਸ ਕਰਕੇ ਮਿੱਟੀ ਇਹੋ ਜਿਹੀ ਬਣਾ ਦੇਣੀ ਮਲਾਈ ਵਰਗੀ ਕਿ ਜਿਹੜੇ ਬੱਚਾ ਮੰਨ ਲਓ ਇਹਨਾਂ ਲਈ ਵਧੀਆ ਸਾਬਤ। ਹਾਂਜੀ ਭਲਵਾਨ ਜੀ, ਜਿੱਦਾਂ ਤੁਸੀਂ ਦੱਸਿਆ ਨਾ ਵੀ ਖਾੜੇ ਦੇ ਵਿੱਚ ਇਕੱਲੀ ਮਿੱਟੀ ਨਹੀਂ ਹੁੰਦੀ, ਤੁਸੀਂ ਕੁਝ ਹੋਰ ਵੀ ਪਾ ਸਕਦੇ ਆ, ਜਿੱਦਾਂ ਵਿੱਚ ਹਲਦੀ ਹੋਈ, ਸਰੋਂ ਦਾ ਤੇਲ ਹੋਇਆ। ਕੀ ਇਹਨਾਂ ਦਾ ਕੋਈ ਪਿਛੋਕੜ ਵਾ ਜਾਂ ਕੋਈ ਇਹਨਾਂ ਦਾ ਕੀ ਇਤਿਹਾਸ ਵਾ? ਛੋਟਾ ਜਿਹੀ ਇੱਕ ਬਰੀਫ ਤੁਸੀਂ ਦੱਸ ਸਕਦੇ ਆ ਇਹਦੇ ਬਾਰੇ? ਦੇਖੋ ਇਤਿਹਾਸ ਕੁਸ਼ਤੀ ਦਾ ਤਾਂ ਬਹੁਤ ਵੱਡਾ ਆ, ਮੈਨੂੰ ਇਹ ਨਹੀਂ ਕਹਿ ਸਕਦਾ ਕਿ ਬਈ ਅੱਜ ਦੀ ਗੱਲ ਹੈ। ਇਹ ਮੈਨੂੰ ਇੰਨਾ ਪਤਾ ਕਿ ਪੁਰਾਣੇ ਸਮਿਆਂ ਤੋਂ ਜਦੋਂ ਭਲਵਾਨ ਘੋਲਦੇ ਹੁੰਦੇ ਸੀ, ਦੇਖੋ ਮਿੱਟੀ ਤੁਹਾਨੂੰ ਦੱਸਿਆ, ਹੁਣ ਸਾਡਾ ਏਰੀਆ ਰੇਤਲਾ ਹੈ ਨਾ, ਇੱਥੇ ਜ਼ਰੂਰਤ ਸੀਗੀ ਚੀਕਣੀ ਮਿੱਟੀ ਦੀ, ਆਪਾਂ ਮੈਥੋਂ ਲਿਆਂਦੀ ਚੀਕਣੀ ਮਿੱਟੀ ਪਾਈ ਆ। ਹੁਣ ਇਹਦੇ ਵਿੱਚ ਮਿੱਟੀ ਨੂੰ ਹੋਰ ਵਧੀਆ ਬਣਾਉਣ ਲਈ ਸਾਡੇ ਅਕਸਰ ਖਾੜਿਆਂ ਦੇ ਵਿੱਚ ਹਲਦੀ ਪਾ ਲਈ ਜਾਂਦੀ ਆ ਵਧੀਆ ਮਾਤਰਾ ਦੇ ਵਿੱਚ। ਉਸ ਤੋਂ ਬਾਅਦ ਸਰੋਂ ਦਾ ਤੇਲ ਪਾ ਲਿਆ ਜਾਂਦਾ ਆ, ਉਹਦੇ ਵਿੱਚ ਦੁੱਧ ਵੀ ਪਾ ਦਿੰਦੇ, ਬੂਰਾ ਪਾ ਲੈਂਦੇ ਲੱਕੜੀ ਦਾ। ਉਸ ਤੋਂ ਬਾਅਦ ਨਿੰਮ ਦੇ ਪੱਤੇ ਹੋ ਗਏ, ਮੰਨ ਲਓ ਇਹ ਚੀਜ਼ਾਂ ਪਾਉਣ ਨਾਲ ਮਿੱਟੀ ਇੱਕ ਮੰਨ ਲਓ ਹੋਰ ਪਵਿੱਤਰ ਕਹਿ ਸਕਦੇ ਵਧੀਆ। ਮਿੱਟੀ ਇੱਕ ਐਂਟੀਸੈਪਟੀ ਦਾ ਕੰਮ ਕਰਦੀ ਵੀ ਸੱਟ ਚੋਟ ਵੀ ਆਪਣੇ ਆਪ ਠੀਕ ਹੋ ਜਾਵੇ, ਜੇ ਕਿਸੇ ਦੇ ਕੁਝ ਵੀ ਹੋਵੇ ਮਾੜਾ ਮੋਟਾ ਸੱਟ ਫੇਟ ਲੱਗ ਜਾਂਦੀ ਆ, ਕਿਉਂਕਿ ਤੁਹਾਨੂੰ ਪਤਾ ਵੀ ਜ਼ੋਰ ਆ ਹੈ ਨਾ, ਜ਼ੋਰ ਦੇ ਵਿੱਚ ਸੱਟ ਚੋਟ ਲੱਗ ਜਾਂਦੀ ਆ।
ਇਹ ਇੱਕ ਐਂਟੀਸੈਪਟਿਕ ਦਾ ਕੰਮ ਕਰਦੀ ਆ। ਬਿਲਕੁਲ ਭਲਵਾਨ ਜੀ, ਜਿਹੜੇ ਅਖਾੜਾ ਜਦੋਂ ਤੁਸੀਂ ਹੁਣ ਇਤਿਹਾਸ ਦੀ ਗੱਲ ਕੀਤੀ, ਇਤਿਹਾਸ ਪੁੱਛਿਆ ਨਾ ਕੁਸ਼ਤੀ ਦਾ, ਮੈਂ ਤਾਂ ਇਹ ਕਹਿ ਸਕਦਾ ਵੀ ਆਪਾਂ ਹਰ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੱਥਾ ਟੇਕਦੇ, ਆਪਾਂ ਦਰਸ਼ਨ ਕਰਦੇ, ਬਾਣੀ ਪੜ੍ਹਦੇ ਹਾਂ। ਦੇਖੋ ਬਾਣੀ ਦੇ ਵਿੱਚ ਕੁਸ਼ਤੀ ਦਾ ਜ਼ਿਕਰ ਆ, ਹੈ ਨਾ। ਗੁਰੂ ਅੰਗਦ ਦੇਵ ਜੀ ਨੇ, ਮੈਂ ਤੁਹਾਨੂੰ ਦੱਸਦਾ, ਜਿੱਦਣ ਇੱਥੇ ਅਖਾੜਾ ਸ਼ੁਰੂ ਕੀਤਾ, ਮੈਂ ਸਾਰੇ ਨਿਆਣਿਆਂ ਨੂੰ ਪਹਿਲਾਂ ਆਪਾਂ ਮੱਥਾ ਟੇਕਿਆ। ਕਾਕੂ ਵੀਰਾ ਖੜਾ ਆ, ਲਾਲੀ ਵੀਰਨ, ਸਾਰੇ ਨਿਆਣਿਆਂ ਨੂੰ ਨਾਲ ਲਿਜਾ ਕੇ ਅਸੀਂ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਾ ਖਡੂਰ ਸਾਹਿਬ ਬਣਾਇਆ। ਉੱਥੇ ਇਹਨਾਂ ਨੂੰ ਦਰਸ਼ਨ ਕਰਾ ਕੇ ਲਿਆਂਦੇ ਆ ਵੀ ਭਾਈ ਦੱਸਿਆ ਕਿ ਮਹਾਰਾਜ ਨੇ ਬਾਣੀ ਰਚੀ ਆ, ਬਾਣੀ ਵਿੱਚ ਮੱਲ ਅਖਾੜੇ ਦਾ ਜ਼ਿਕਰ ਕੀਤਾ ਆ, ਮੱਲਾਂ ਦਾ ਜ਼ਿਕਰ ਕੀਤਾ ਆ। ਫਿਰ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਮੰਨ ਲਓ ਪਵਿੱਤਰ, ਮੰਨ ਲਓ ਉਹਨਾਂ ਤੋਂ ਪਹਿਲਾਂ ਵੀ, ਮਹਾਰਾਜ ਤੋਂ ਪਹਿਲਾਂ ਵੀ ਕ੍ਰਿਸ਼ਨ ਭਗਵਾਨ ਹੋ ਗਏ ਜਾਂ ਹਨੂੰਮਾਨ ਭਗਵਾਨ ਸੁਣਿਆ ਵੀ ਉਹ ਵੀ ਕੁਸ਼ਤੀਆਂ ਕਰਦੇ ਸੀ, ਹੈ ਨਾ। ਅਤੇ ਮੰਨ ਲਓ ਜਿੱਦਾਂ ਹੁਣ ਕੁਸ਼ਤੀਆਂ ਦੇ ਵਿੱਚ ਮਹਾਰਾਜ ਨੂੰ ਲੋੜ ਹੋਣੀ ਆ, ਮੱਲ ਤਕੜੇ ਮਤਲਬ ਚਾਹੀਦੇ ਸੀਗੇ, ਬੰਦੇ ਤਕੜੇ ਹੋਣੇ ਚਾਹੀਦੇ ਆ ਕੁਸ਼ਤੀ ਦੇ ਵਿੱਚ। ਬੰਦਾ, ਮੈਂ ਤੁਹਾਨੂੰ ਇਹ ਉਹੀ ਕਹਿੰਦਾ ਕਿ ਸਾਰੇ ਕਿਤੇ ਸਟਾਰ ਨਹੀਂ ਬਣ ਜਾਣੇ, ਬੰਦਾ ਆਪਣੀ ਸਿਹਤ ਵੀ ਬਣਾ ਸਕਦਾ ਵਧੀਆ। ਇੱਕ ਬੰਦਾ ਭਲਵਾਨ ਜਾ ਰਿਹਾ, 10 ਬੰਦੇ 'ਚ ਪਹਿਚਾਣ ਵੱਖਰੀ ਹੋ ਜਾਂਦੀ ਆ, ਇਹੋ ਜਿਹੇ ਭਲਵਾਨ ਹੋਏ ਵੀ ਆ। ਅਤੇ ਮਿੱਟੀ ਦੀ ਗੱਲ ਕਰਦੇ ਸੀ ਆਪਾਂ, ਮਿੱਟੀ ਦੇ ਵਿੱਚ ਇਹ ਚੀਜ਼ਾਂ ਪਾਉਣ ਨਾਲ ਮਿੱਟੀ ਥੋੜ੍ਹੀ ਹੈਲਦੀ ਹੋ ਜਾਂਦੀ ਆ, ਵਧੀਆ ਕੋਈ ਐਂਟੀਸੈਪਟਿਕ ਹੋ ਜਾਂਦਾ, ਮੰਨ ਲਓ ਇਹ ਚੀਜ਼ਾਂ ਪੈ ਜਾਂਦੀਆਂ, ਹੈ ਨਾ। ਮੈਂ ਤਾਂ ਇਸ ਚੀਜ਼ ਬਾਰੇ ਇਹ ਕਹਿਣਾ ਚਾਹੁੰਦਾ ਜੀ, ਹੈ ਨਾ। ਹਾਂਜੀ ਭਲਵਾਨ ਜੀ, ਇੱਕ ਹੋਰ ਸੀਗਾ ਬਈ ਦਰਸ਼ਕਾਂ ਨੂੰ ਇਹ ਦੱਸੋ ਤੁਸੀਂ ਵੀ ਜਿਹੜਾ ਤੁਸੀਂ ਅਖਾੜਾ ਸ਼ੁਰੂ ਕੀਤਾ ਬਈ ਇੱਕ ਅਕੈਡਮੀ ਟਾਈਪ ਆ ਕਹਿ ਸਕਦੇ ਵੀ ਛੋਟੇ ਬੱਚਿਆਂ ਦੀ ਨਰਸਰੀ ਤੁਸੀਂ ਤਿਆਰ ਕਰ ਰਹੇ ਆ, ਇਹਨਾਂ ਦੀ ਕੋਈ ਫੀਸ ਵਾ ਜਾਂ ਫ੍ਰੀ ਆਫ ਕਾਸਟ ਤੁਸੀਂ ਡਾਈਟ ਦਿੰਦੇ ਜਾਂ ਕੁਛ ਵੀ ਵੀ ਇਹ ਫੀਸ ਹੈ ਰੱਖੀ ਹੈ ਜਾਂ ਨਹੀਂ, ਜਾਂ ਸਿਰਫ ਸੇਵਾ ਹੀ ਆ ਇੱਕ? ਨਹੀਂ ਭਲਵਾਨ ਜੀ, ਕੋਈ ਫੀਸ ਨਹੀਂ ਹੈਗੀ। ਦੇਖੋ ਅਖਾੜਿਆਂ ਵਿੱਚ ਮੈਨੂੰ ਲੱਗਦਾ ਵੀ ਜਿੰਨੇ ਕੁ ਮੈਂ ਜਾਂਦਾ ਕਿਤੇ ਵੀ ਕੋਈ ਫੀਸ ਨਹੀਂ ਹੁੰਦੀ ਮੋਸਟਲੀ। ਅਤੇ ਕੋਈ ਚਲੋ ਹੈਗੇ ਵੀ ਜਿੱਥੇ ਕੋਚ ਵਗੈਰਾ ਰੱਖੇ ਹੋ ਆ, ਜੇ ਨਹੀਂ ਉਹ ਥੋੜ੍ਹਾ ਜਿਹਾ ਕਰਦੇ ਵੀ ਹੋਗੇ, ਪਰ ਜਿੱਦਾਂ ਮੈਂ ਉਹੀ ਰੈਸਲਿੰਗ ਮੈਟ 'ਤੇ ਜਿਹੜੀ ਹੈ ਨਾ, ਮਿੱਟੀ ਦਾ ਤਾਂ ਇੱਦਾਂ ਪਿੰਡ 'ਚ ਆਪਾਂ ਖੇਤ 'ਚ ਪੱਟਦੇ ਹਾਂ, ਬੱਚੇ ਆਊਗੇ ਜੁੜੂਗੇ, ਇਹ ਤਾਂ ਸਾਡੇ ਲਈ ਇਹੀ ਕਮਾਈ ਹੈ ਨਾ ਮੇਨ। ਇਹਨਾਂ 'ਤੇ ਕੋਈ ਫੀਸ ਨਹੀਂ, ਸਗੋਂ ਆਪਾਂ ਇਹਨਾਂ ਨੂੰ ਖੁਰਾਕ ਦਿੰਦੇ ਹਾਂ। ਉਹ ਵੀ ਭਾਅ ਜੀ ਦੇਖੋ, ਜਦੋਂ ਸਾਨੂੰ ਬਾਹਰੋਂ ਕੋਈ ਹੈਲਪ ਕਰ ਦਿੰਦਾ ਉਹ ਉਦੋਂ ਹੁੰਦੀ ਆ, ਨਹੀਂ ਮੈਂ ਇਹਨਾਂ ਨੂੰ ਆਪ ਨੂੰ ਕਹਿੰਦਾ ਹੁੰਦਾ, ਚਾਹੇ 200 ਆ, 300, 500 ਜਿੰਨਾ ਵੀ ਭਾਈ ਤੁਸੀਂ ਕੱਢ ਕੇ ਲਿਆਓ ਆਪਣੇ ਘਰੋਂ, ਹੈ ਨਾ, ਆਪਦੀ ਖੁਰਾਕ ਲਈ। ਉਹ ਆਪਾਂ ਨਹੀਂ ਇੱਥੇ ਇਹਨਾਂ ਦੇ ਸਾਹਮਣੇ ਕਰੀਦੇ, ਇਹਨਾਂ 'ਚੋਂ ਬੰਦਾ ਭੇਜੀਦਾ ਕਿ ਭਾਈ ਉੱਥੋਂ ਬਦਾਮ ਲੈ ਕੇ ਆਓ, ਆ 5 ਕਿਲੋ ਬਦਾਮ ਲਿਆਂਦੇ ਆ। ਇਸ ਚੀਜ਼ ਦਾ ਇੱਕ ਇਹ ਫਾਇਦਾ ਹੋ ਜਾਂਦਾ ਮੈਨੂੰ, ਮੇਰੀ ਜਿੱਥੇ ਸੋਚ ਕੇ ਨਿਆਣੇ ਨੇ ਦਿੱਤੇ ਹੋਗੇ, ਘਰ ਦੇ ਨੇ ਕਿਸੇ ਨੇ ਦਿੱਤੇ, ਉਹਨਾਂ ਨੂੰ ਕਹੂੰਗਾ ਕਿ ਤੂੰ ਜਾ ਉੱਥੇ ਬਦਾਮ ਤਾਂ ਪੀ ਕੇ ਆ। ਮੈਂ ਤਾਂ ਖੁਦ ਕਹਿੰਦਾ ਉਹਨਾਂ ਕੋਲ, ਛੋਟਾ ਬੱਚਾ ਹੀ ਆਉਂਦਾ ਆ, ਭਾਵੇਂ ਤੇ ਮਿੱਟੀ ਦੀਆਂ ਮੁੱਠੀਆਂ ਵੱਟ ਕੇ ਸਿੱਟ ਜਾਵੇ, ਬਦਾਮ ਪੀ ਜਾਵੇ, ਉਹ ਵੀ ਉਹਦੇ ਲਈ ਮੰਨ ਲਓ ਬਹੁਤ ਗੁਣਕਾਰੀ ਆ। ਠੀਕ ਹੈ ਜੀ, ਖੁਰਾਕ ਆਪਾਂ ਇਹ ਕੀਤਾ ਐਪਰੀਸ਼ੀਏਟ। ਜਦੋਂ ਵੀਰਵਾਰ ਦੀ ਰੈਸਟ ਹੁੰਦੀ ਹੈ, ਵੀਰਵਾਰ ਨੂੰ ਆਪਾਂ ਖਾੜੇ ਦੀ ਸਫਾਈ ਕਰੀ ਦੀ, ਆਲੇ ਦੁਆਲੇ ਜੋ ਵੀ ਆ, ਅਤੇ ਉਸ ਤੋਂ ਬਾਅਦ ਮੱਥਾ ਟੇਕੀ ਦਾ। ਉੱਧਰ ਨੂੰ ਖੁਰਾਕ ਥੋੜ੍ਹੀ ਵੱਖਰੀ ਹੋਰ ਦੇ ਦਿੱਤੀ, ਕੇਲੇ ਲੈ ਆਈਦੇ ਆ, ਜਾਂ ਕੋਈ ਹੋਰ ਮੱਥਾ ਟੇਕਦਾ ਕੋਈ ਵੀ ਚੀਜ਼ ਹੈ ਨਾ, ਉਹ ਹੋ ਜਾਂਦੀ ਆ। ਬਾਕੀ ਫੀਸ ਕੋਈ ਨਹੀਂ ਭਾਅ ਜੀ, ਫ੍ਰੀ ਆ, ਕੋਸਟ ਆ। ਅਤੇ ਹਰ ਇੱਕ ਬੱਚਾ, ਮੈਂ ਤਾਂ ਫਿਰ ਇਹ ਵੀਡੀਓ ਤੋਂ ਨਹੀਂ ਕਹਿਣਾ ਕਿ ਜਿੰਨੇ ਵੀ ਆਪਣੇ ਇਲਾਕੇ ਦੇ ਹੋਰ ਛੋਟੇ ਬੱਚੇ ਹੈਗੇ ਆ, ਉਹ ਜ਼ਰੂਰ ਆਉਣ, ਹੈ ਨਾ, ਇੱਧਰ ਆਪਣਾ ਹਿੱਸਾ ਪਾਉਣ। ਹਾਂਜੀ ਭਲਵਾਨ ਜੀ, ਇੱਕ ਗੱਲ ਹੋਰ ਸੀਗੀ ਵੀ ਜਿੱਦਾਂ ਤੁਹਾਡਾ ਪਿੰਡ ਸਕਰੂਲੀ ਆ, ਇੱਥੋਂ ਭਾਲਟੇ ਤੋਂ 2 ਕਿਲੋਮੀਟਰ ਤੁਹਾਡਾ ਪਿੰਡ ਹੋਣਾ, ਵੀ ਤੁਸੀਂ ਇੱਥੇ ਅਖਾੜਾ ਖੋਲ੍ਹਿਆ, ਤੁਹਾਨੂੰ ਕੋਈ ਪ੍ਰੋਬਲਮ ਆਈ ਕਿਸੇ ਤਰ੍ਹਾਂ ਦੀ ਵੀ? ਬਈ ਕਿਉਂਕਿ ਆਮ ਪਿੰਡਾਂ ਵਿੱਚ ਹੁੰਦਾ ਬਈ ਨੇੜੇ ਦੇ ਪਿੰਡ ਇੱਕ ਦੂਜੇ ਦੇ ਨਾਲ ਲਾਗ ਡਾਟ ਜੀ ਰੱਖਦੇ, ਵੀ ਤੁਹਾਡੇ ਨਾਲ ਕੁਛ ਇੱਦਾਂ ਦਾ ਹੋਇਆ ਵੀ ਜਾਂ ਤੁਹਾਨੂੰ ਪਿੰਡ ਨੇ ਬਹੁਤ ਸਹਿਯੋਗ ਕੀਤਾ? ਕਿਉਂਕਿ ਭਾਲਟਾ, ਗਣੇਸ਼ਪੁਰ, ਪਥਰਾਲਾ 3 ਪਿੰਡ ਜਾਂ ਨੇੜੇ ਖੇੜਾ ਆ, ਪਾਲਦੀ ਆ, ਵੀ ਤੁਹਾਨੂੰ ਕੋਈ ਇੱਦਾਂ ਦੀ ਕੋਈ ਸਮੱਸਿਆ ਆਈ ਪੇਸ਼, ਵੀ ਕੋਈ ਵੀ ਸਮੱਸਿਆ ਹੋਵੇ ਤੁਹਾਨੂੰ? ਭਲਵਾਨ ਜੀ ਬਹੁਤ ਵਧੀਆ ਗੱਲ, ਨਹੀਂ ਕਦੇ ਕੋਈ ਸਮੱਸਿਆ ਨਹੀਂ ਆਈ ਇਸ ਚੀਜ਼ ਤੋਂ, ਕਦੇ ਵੀ। ਮੈਂ ਕਹਿੰਦਾ ਚਲੋ ਆਉਣ ਵਾਲੇ ਸਮੇਂ 'ਚ ਵੀ ਨਹੀਂ ਆਉਣੀ। ਦੇਖੋ ਜਿਹੜਾ ਸਮਝਦਾਰ ਬੰਦਾ ਆ ਨਾ ਜੀ, ਮੰਨ ਲਓ ਇਨਸਾਨ ਵਾ, ਉਹ ਕਦੇ ਵੀ ਕੋਈ ਇਹੋ ਜਿਹੀ ਗੱਲ ਕਰੂਗਾ ਨਹੀਂ। ਮੈਂ ਇੱਥੇ ਵੀ ਵੀਰੇ ਕਹਿੰਦਾ ਹੁੰਦਾ, ਕਿਸੇ ਬੰਦੇ ਨੂੰ ਜਦੋਂ ਆਪਾਂ ਗੱਲਾਂ ਛੇੜ ਪੈਂਦੀਆਂ, ਕੋਈ ਭਲਵਾਨੀ ਰਿਲੇਟਡ ਗੱਲ ਕਰਦੇ ਨਾ, ਅਗਲੇ ਨੂੰ ਗੱਲ ਹੀ ਇਹੋ ਜਿਹੀ ਕਰਕੇ ਦੱਸੀ ਦੀ ਕਿ ਭਾਈ ਆਹ ਚੀਜ਼ ਆ ਯਾਰ, ਮੈਂ ਇਸ ਚੀਜ਼ ਨਾਲ ਜੁੜਿਆ, ਇਸ ਕਰਕੇ ਜੁੜਿਆ ਨਾ, ਜਿੱਦਾਂ ਤੁਹਾਨੂੰ ਇਤਿਹਾਸ ਦੱਸਿਆ, ਹੈ ਨਾ। ਆਪਣਾ ਮੰਨ ਲਓ ਤਕੜਾ ਸਰੀਰ ਬਣਾਉਣ ਲਈ ਖਾਤਰ ਕਰਦੇ ਬਾਈ। ਮੈਂ ਕਦੇ ਆਪਾਂ ਜਿੰਮ ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਜਿੰਮ ਮਾੜਾ ਹੈ, ਆਪਾਂ ਤਾਂ ਜਿੰਮ ਵੀ ਨਹੀਂ, ਕਿ ਆਪਾਂ ਤਾਂ ਇਸ ਚੀਜ਼ ਨਾਲ ਜੁੜੇ ਹੋਏ ਹਾਂ, ਹੈ ਨਾ। ਡੰਡ ਬੈਠਕਾਂ ਇਹੀ ਆਪਣੀ ਲਾਈਫ ਦੇ ਵਿੱਚ ਵੱਧ ਤੋਂ ਵੱਧ ਦੌੜਾਂ ਹੋ ਗਈਆਂ, ਇਹੀ ਕੀਤਾ ਆ। ਅਤੇ ਰਹੀ ਗੱਲ ਇਲਾਕੇ ਦੀ, ਸਾਰੇ ਭਾਅ ਜੀ ਸਹਿਯੋਗ ਹੀ ਦਿੰਦੇ ਆ, ਕਦੇ ਕਿਸੇ ਨੇ ਇਹ ਚੀਜ਼ ਤੋਂ ਮੱਥੇ ਵੱਟ ਨਹੀਂ ਪਾਇਆ, ਚਾਹੇ ਪਤਰਾਲੇ ਤੋਂ ਹੋ ਗਏ, ਲਗੇਰੀ ਲੱਗਦਾ, ਸਾਡੇ ਪਿੰਡ ਸਕਰੂਲੀ ਤੋਂ ਹੋ ਗਏ, ਇੱਥੇ ਹੋ ਗਏ। ਸਕਰੂਲੀ ਭਾਅ ਜੀ ਮੈਂ ਇੱਦਾਂ ਦਾ ਹੁੰਦਾ ਸੀ ਕਿ ਥੋੜ੍ਹਾ ਦੂਰ, ਆਪਣਾ 1.5 ਕਿਲੋਮੀਟਰ ਪੈ ਜਾਂਦਾ। ਪਿੰਡ ਨਾਲ ਬਹੁਤ ਮੁਹੱਬਤ ਆ, ਜਦੋਂ ਕਿਤੇ ਜਾਈਦਾ ਹਰ ਇੱਕ ਸਿਆਣਾ ਬੰਦਾ, ਨਿਆਣਾ ਭੱਜ ਕੇ ਮਿਲਦਾ। ਮੈਂ ਸੱਚੀ ਕਹਿੰਦਾ, ਮੈਨੂੰ ਇਸ ਤੋਂ ਵੱਧ ਕਦੇ ਖੁਸ਼ੀ ਹੋਰ ਹੋ ਹੀ ਨਹੀਂ ਸਕਦੀ ਕਿ ਇੰਨਾ ਪਿਆਰ ਮਿਲਦਾ। ਔਰ ਸਾਲ ਬਾਅਦ ਜਾਈਦਾ, ਛਿੰਝ ਕਰਾਉਣ ਮਿਲਣ ਲੱਗ ਜਾਂਦਾ, ਅਤੇ ਫਿਰ ਬਹੁਤ ਮਾਣ ਤਾਣ ਕਰਦੇ ਅਗਲੇ ਕਿ ਹਾਂ ਭਾਈ ਹੈਗਾ ਸਾਡੇ ਪਿੰਡ 'ਚ ਵੀ ਬੱਚਾ ਕੋਈ ਕਰਾ ਰਿਹਾ। ਠੀਕ ਨਹੀਂ, ਇਹ ਤਾਂ ਆਪ ਬਾਈ ਮੇਰੀ ਤਾਂ 31 ਏਜ ਆ, ਆਪਾਂ ਤਾਂ ਆਪ ਅਜੇ ਤੁਰੇ ਹੋਵਾਂ ਵੀ ਲਾਵਾਂਗੇ ਹੋਰ ਬੱਚਿਆਂ ਨੂੰ ਇੱਧਰ ਨੂੰ ਜਿੰਨਾ ਵੀ ਹੋ। ਠੀਕ ਆ ਭਲਵਾਨ ਜੀ, ਜਾਂਦੇ 1 ਮਿੰਟ ਦਾ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਭਲਵਾਨੀ ਬਾਰੇ, ਜਾਂ ਕੁਛ ਵੀ ਕੀ ਤੁਸੀਂ ਕਹਿਣਾ ਚਾਹੁੰਦੇ ਆ ਜਾਂਦੇ? ਸੁਨੇਹਾ ਭਾਅ ਜੀ ਮੈਂ ਤਾਂ ਚਲੋ ਹੈ ਨਾ, ਕੀ ਦੇਣਾ, ਸਾਨੂੰ ਕੁਦਰਤ ਰੋਜ਼ ਸੁਨੇਹੇ ਹੀ ਦਿੰਦੀ ਆ। ਜਦੋਂ ਆਪਾਂ ਵਿਚਰਦੇ ਹਾਂ, ਮੰਨ ਲਓ ਟਾਈਮ ਨਾਲ ਉੱਠਦੇ ਹਾਂ, ਨਿਤਨੇਮੀ ਬਣਨਾ ਚਾਹੀਦਾ ਹਰੇਕ ਨੂੰ, ਉਹ ਕਿਸੇ ਵੀ ਪੱਖ 'ਚ ਹੋਵੇ, ਗੁਰਬਾਣੀ ਦੇ ਪੱਖ 'ਚ ਹੋਵੇ, ਮੰਨ ਲਓ ਗੇਮ ਦੇ ਪ੍ਰਤੀ ਹੋਵੇ, ਆਪਣੇ ਕੰਮ ਦੇ ਪ੍ਰਤੀ ਹੋਵੇ। ਬਾਈ ਜੀ ਬਾਹਰ ਵੀ ਕੰਮ ਕਰਦੇ ਹਾਂ ਅਸੀਂ, ਮੰਨ ਲਓ ਜੇ ਪਤਾ ਹੁੰਦਾ ਕਿ ਭਾਈ ਇੰਨੇ ਵਜੇ ਕੰਮ 'ਤੇ ਜਾਣਾ, ਘੰਟਾ ਪਹਿਲਾਂ ਉੱਠ ਕੇ ਰੈਡੀ ਹੋਈਦਾ ਨਾ, ਉਹ ਚੀਜ਼ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੋਣੀ ਚਾਹੀਦੀ ਹੈ ਭਾਈ। ਤੁਸੀਂ ਟਾਈਮ ਨਾਲ ਆਪਣਾ ਪਹਿਲਾਂ ਹੀ ਮਿੱਥਿਆ ਹੋਣਾ ਚਾਹੀਦਾ ਪਲੈਨਿੰਗ। ਬਾਕੀ ਪਤਾ ਤਾਂ ਘੜੀ ਦਾ ਨਹੀਂ, ਠੀਕ ਹੈ ਜੀ, ਮੈਂ ਇਹ ਨਹੀਂ ਕਹਿਣਾ ਕਿ ਤੁਸੀਂ ਇੱਦਾਂ ਦਾ ਵੀ ਕਰੋ, ਪਰ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਉਹ 'ਚ ਹਰ ਇੱਕ ਗੱਲ ਤੁਹਾਨੂੰ ਬੜੇ ਡਿਟੇਲ ਨਾਲ ਮਿਲਦੀ ਆ, ਅਤੇ ਤੁਸੀਂ
ਆਪਣੇ ਕੰਮ ਪ੍ਰਤੀ ਸੁਚੇਤ ਰਹਿਣਾ ਚਾਹੀਦਾ। ਕੋਈ ਵੀ ਜਿਹੜਾ ਤੁਹਾਡਾ ਇਸ਼ਕ ਇੱਕ ਸੱਚਾ ਹੋਣਾ ਚਾਹੀਦਾ, ਗੇਮ ਪ੍ਰਤੀ ਹੋਇਆ, ਆਪਦੇ ਕੰਮ ਪ੍ਰਤੀ ਹੋਇਆ, ਆਪਣੇ ਮਾਪਿਆਂ ਪ੍ਰਤੀ। ਜਿੰਨੇ ਬੱਚੇ ਇੱਥੇ ਆਉਂਦੇ ਆ, ਮੈਂ ਇਹਨਾਂ ਨੂੰ ਇਹ ਵੀ ਕਹਿੰਦਾ ਹੁੰਦਾ ਕਿ ਭਾਈ ਤੁਸੀਂ ਇੱਥੇ ਆਉਂਦੇ ਆ, ਇੱਥੇ ਸਿੱਖਦੇ ਆ, ਤੁਸੀਂ ਬਾਹਰ ਜਾ ਕੇ ਵੀ ਆਪਣੇ ਘਰਦਿਆਂ ਨਾਲ ਜ਼ਰੂਰ, ਇਹ ਨਹੀਂ ਹੈਗਾ ਕਿ ਬਈ ਥੱਕ ਗਏ ਆ, ਕੱਢਿਆ ਕਰੋ ਟਾਈਮ ਆਪਣੇ ਪਰਿਵਾਰ ਦੇ ਲਈ ਵੀ, ਕੰਮ ਜ਼ਰੂਰ ਕਰੋ ਨਾਲ, ਹੈ ਨਾ। ਸੁਨੇਹਾ ਭਾਜੀ ਇਹੀ ਆ, ਦੌਰ ਬਹੁਤ ਭਿਆਨਕ ਚੱਲਦਾ ਪਿਆ, ਹੈ ਨਾ। ਨਸ਼ਿਆਂ ਤੋਂ ਬਚੋ ਭਾਈ, ਬਹੁਤ ਤੁਹਾਨੂੰ ਲਾਉਣ ਵਾਲੇ ਮਿਲਣਗੇ, ਮੂੰਹ ਤੱਕ ਵੀ ਲਾ ਦਿੰਦੇ। ਜ਼ਿੰਦਗੀ ਦੇ ਵਿੱਚ ਇਹੋ ਜਿਹੇ ਹਾਦਸੇ ਵੀ ਹੋਇਆ ਕਿ ਤੁਹਾਨੂੰ ਨਸ਼ਾ ਬੁਲਾਉਣ ਲਈ ਜਦੋਂ ਯਾਰ ਵੇਲੀ ਕਈ ਵੇਲੇ ਹੁੰਦੇ ਕਿ ਭਾਈ ਪੀ ਜਾਂ ਕੁਝ ਵੀ ਚੀਜ਼ ਆ ਕਿਆ ਕਰ, ਉਦੋਂ ਤੁਹਾਡਾ ਮਨ ਕਠੋਰ ਹੋਣਾ ਚਾਹੀਦਾ। ਜਿੱਦਾਂ ਤੁਸੀਂ ਉੱਥੇ ਡੋਲ ਜਾਂਦੇ ਆ ਤਾਂ ਫਿਰ ਕੰਮ ਖਰਾਬ ਹੋ ਜਾਊਗਾ। ਉਹ ਮਨ ਕਠੋਰ ਕਰਨ ਲਈ ਮੈਂ ਤੁਹਾਨੂੰ ਕਹਿੰਦਾ ਗਰਾਊਂਡਾਂ ਨਾਲ ਜੁੜੋ, ਖਾੜਿਆਂ ਨਾਲ ਜੁੜੋ, ਜਿੱਥੇ ਵੀ ਜੁੜੋ, ਆਪਣਾ ਮਨ ਸਟਰੋਂਗ ਕਰੋ। ਫਿਰ ਤੁਸੀਂ ਆਪਦੇ ਨਿਤਨੇਮੀ ਬਣੋ, ਚੰਗੇ ਮੰਨ ਲਓ ਪਹੁੰਚ ਜਾਓਗੇ। ਕਦੇ ਵੀ ਮਾਲਕ ਓਹਲਾ ਨਹੀਂ ਕਰਦਾ। ਬਾਕੀ ਸਮਾਂ ਦਾ ਚਲੋ ਕਹਿੰਦੇ ਹੁੰਦੇ ਕਿਸੇ ਦਾ ਨਹੀਂ ਪਤਾ ਕਦੋਂ ਕੀ ਭਾਣਾ ਵਾਪਰਦਾ ਨਾ। ਬਹੁਤ ਇਹੋ ਜਿਹੇ ਹਾਦਸੇ ਵੀ ਹੁੰਦੇ ਜ਼ਿੰਦਗੀ 'ਚ, ਸਿੱਖਣ ਨੂੰ ਮਿਲਦਾ। ਬਸ ਭਾਜੀ ਇਹੀ ਆ। ਦਰਸ਼ਕੋ, ਭਲਵਾਨ ਜੀ ਨੇ ਬਹੁਤ ਵਧੀਆ ਸੁਨੇਹਾ ਦਿੱਤਾ ਬਈ ਨਸ਼ਿਆਂ ਦਾ ਕੋੜ ਜਿਹੜਾ ਪਹਿਲਾਂ ਕਹਿੰਦੇ ਹੁੰਦੇ ਸੀ ਪੰਜਾਬ ਵਿੱਚ 5 ਦਰਿਆ ਵਗਦੇ ਆ, ਹੁਣ 6ਵਾਂ ਦਰਿਆ ਇੱਕ ਨਸ਼ਿਆਂ ਦਾ ਵਗ ਗਿਆ। ਇਹਨੂੰ ਵੱਢਣ ਦੇ ਲਈ, ਵੱਢਣ ਦਾ ਮਤਲਬ ਇਹ ਤੋਂ ਛੁਟਕਾਰਾ ਪਾਉਣ ਲਈ ਆਪਣੇ ਬੱਚਿਆਂ ਨੂੰ ਅਖਾੜਿਆਂ ਨਾਲ, ਗਰਾਊਂਡਾਂ ਦੇ ਨਾਲ ਵੱਧ ਤੋਂ ਵੱਧ ਜੋੜੋ। ਅਤੇ ਮੈਂ ਇੱਕ ਵਾਰੀ ਫਿਰ ਪਰਮਿੰਦਰ ਭਲਵਾਨ ਜੀ ਦਾ ਬਹੁਤ ਬਹੁਤ ਥੈਂਕਸ ਕਰਦਾ ਬਈ ਸਾਨੂੰ ਉਹਨਾਂ ਨੇ ਪੰਜਾਬੀ ਸਟੂਡੀਓ ਨੂੰ ਇੰਨਾ ਟਾਈਮ ਦਿੱਤਾ। ਭਲਵਾਨ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਭਾਜੀ ਸ਼ੁਕਰੀਆ, ਤੁਸੀਂ ਤੁਹਾਡਾ ਵੀ ਤੁਹਾਨੂੰ ਮੈਂ ਕਰਨਾ ਇੱਕ ਵਾਰ ਫਿਰ ਵੈਲਕਮ। ਤੁਸੀਂ ਆਏ ਆ, ਅੱਜ ਆਏ ਆ, 2 ਸਾਲਾਂ ਨੂੰ ਫੇਰ ਆਇਓ, ਹੈ ਨਾ। ਕਿਉਂਕਿ ਇਹ ਚੀਜ਼ ਜਦੋਂ ਪਨੀਰੀ ਲਾਈ ਦੀ ਆਪਾਂ ਵੱਧ ਦੀ ਫੁੱਲ ਲੈਣੀ ਆ, ਇਹ ਤੁਸੀਂ ਹੋਰ ਫੇਰ ਕਵਰ ਕਰਿਓ। ਇੱਥੇ ਨਹੀਂ, ਹੋਰ ਵੀ ਮੈਂ ਵੀਰੇ ਉਹਨਾਂ ਨੂੰ ਕਹੂੰਗਾ ਜਿੰਨੇ ਵੀ ਆਪਣੇ ਨੇੜੇ ਖਾੜੇ ਆ, ਹੈ ਨਾ, ਜ਼ਰੂਰ ਸਮਾਂ ਕੱਢਿਆ ਕਰੋ। ਦੇਖੋ ਇੱਕ ਮੈਂ ਖੁਦ ਸੋਸ਼ਲ ਮੀਡੀਆ 'ਤੇ ਮੈਂ ਤੁਹਾਨੂੰ ਦੱਸ ਕੇ ਪੇਜ ਚਲਾਉਣਾ, ਫਿਰ ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ। ਅੱਜ ਦੇ ਸਮੇਂ ਦੇ ਵਿੱਚ ਲੋਕ ਕਹਿ ਦਿੰਦੇ ਆ ਕਿ ਭਾਈ ਨਹੀਂ ਆ ਐਕਸਰਸਾਈਜ਼ ਕਰਦਾ, ਨਹੀਂ ਪਾਣੀ ਚਾਹੀਦੀ। ਮੈਂ ਕਹਿੰਦਾ ਸਗੋਂ ਪਾਇਆ ਕਰੋ ਯਾਰ, ਪਤਾ ਲੱਗਦਾ ਕਿਸੇ ਨਿਆਣੇ ਨੂੰ, ਹੈ ਨਾ। ਕਿਉਂਕਿ ਫੋਨਾਂ ਦਾ ਦੌਰ ਆ, ਹਰ ਇੱਕ ਬੰਦਾ ਲੰਮਾ ਪਿਆ ਚਾਹੇ ਫੋਨ ਹੀ ਦੇਖਦਾ। ਉੱਥੇ ਜਦੋਂ ਤੁਹਾਨੂੰ ਕੋਈ ਚੰਗੀ ਚੀਜ਼ ਦੇਖਣ ਨੂੰ ਮਿਲੂਗੀ, ਤੁਸੀਂ ਆਪਣੇ ਆਪ ਮੋਟੀਵ ਹੋਵੋਗੇ ਨਾ। ਅਤੇ ਇਹ ਚੀਜ਼ਾਂ ਵੀਰੇ ਧੰਨਵਾਦ ਤੁਹਾਡਾ, ਤੁਸੀਂ ਆਏ ਸਟੂਡੀਓ ਵਾਲੇ, ਪੰਜਾਬੀ ਸਟੂਡੀਓ ਵਾਲੇ ਆਏ ਆ, ਵੀ ਤੁਸੀਂ ਇਹ ਜ਼ਰੂਰ ਕਵਰ ਕਰਿਆ ਕਰੋ। ਹੋਰ ਵੀ ਫੁੱਟਬਾਲ ਪ੍ਰਤੀ ਹੋਇਆ ਜ਼ਰੂਰ, ਇਲਾਕੇ ਦਾ ਤੁਹਾਡਾ ਜ਼ਿਆਦਾ ਆਪਾਂ ਫੈਲਣ ਦੀ ਲੋੜ ਨਹੀਂ। ਆਪਣੇ ਇਲਾਕੇ 'ਚੋਂ ਪਹਿਲਾਂ ਕੋਈ ਸਟਾਰ ਫੁੱਟਬਾਲ ਦਾ ਪਲੇਅਰ ਹੈ ਭਾਵੇਂ, ਉਹਨੂੰ ਕਵਰ ਕਰੋ। ਕੋਈ ਕਬੱਡੀ ਵਾਲਾ, ਉਹਦੇ ਤੋਂ ਚੰਗੀ ਕਿਤੇ ਨਾ ਕਿਤੇ ਚੰਗੀ ਗੱਲ ਜ਼ਰੂਰ ਮਿਲਦੀ। ਕਿਤਾਬਾਂ ਹੀ ਆ ਭਾਈ ਤੁਰਦੀਆਂ ਫਿਰਦੀਆਂ, ਹਰ ਇੱਕ ਕੋਲ ਕੋਈ ਨਾ ਕੋਈ ਚੰਗੀ ਨੌਲੇਜ ਚੱਕੀ ਫਿਰਦਾ, ਤਾਂ ਜ਼ਰੂਰ ਕਵਰ ਕਰੋ, ਇਸ ਚੀਜ਼ ਦਾ ਫਾਇਦਾ ਲਓ, ਹੈ ਨਾ। ਧੰਨਵਾਦ। ਧੰਨਵਾਦ ਪਰਮਿੰਦਰ ਸੰਘਾ ਤੁਹਾਡਾ ਬਹੁਤ ਬਹੁਤ ਪੰਜਾਬੀ ਸਟੂਡੀਓ ਨੂੰ ਟਾਈਮ ਦੇਣ ਲਈ। ਬਹੁਤ ਬਹੁਤ ਥੈਂਕ ਯੂ ਤੁਹਾਡਾ ਜੀ।